ਅਜਿਹੀਆਂ ਕੰਸਲਟੈਂਸੀਆਂ ਦੇ ਲਈ ਇੱਕ ਮੌਕਾ ਬਣ ਜਾਂਦੇ ਜਦੋਂ ਬੰਦਾ ਕੋਈ ਜਾ ਕੇ ਕਹਿੰਦਾ ਕਿ ਮੈਨੂੰ ਕੁਝ ਨਹੀਂ ਪਤਾ ਜੀ, ਮੈਂ ਤੁਹਾਡੇ ਆਸਰੇ ਆ ਗਿਆ, ਤਾਂ ਇੱਕ ਮੌਕਾ ਖੁੱਲ੍ਹ ਜਾਂਦਾ ਹੈ ਤੇ ਉੱਥੋਂ ਹੀ ਠੱਗੀ ਸ਼ੁਰੂ ਹੋ ਜਾਂਦੀ ਹੈ। ਤੇ ਸਵਾਲ ਇਹ ਖੜਾ ਹੁੰਦਾ ਹੈ, ਬਹੁਤ ਸਾਰੇ ਲੋਕਾਂ ਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਜਾਣਾ ਕਿੱਥੇ ਹੈ, ਕਰਨਾ ਕੀ ਹੈ। ਤਾਂ ਬਰੰਪਟਨ ਇਮੀਗ੍ਰੇਸ਼ਨ ਕਿਉਂ, ਤੁਹਾਡੇ ਕੋਲ ਲੋਕ ਕਿਉਂ ਆ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਮੇਰੀ ਗੁਜ਼ਾਰਿਸ਼ ਹੋਊਗੀ ਕਿ ਅਗਲੇ 3-4 ਮਹੀਨੇ ਮੈਂ ਪੰਜਾਬ ਦੀ ਧਰਤੀ 'ਤੇ ਹਾਂ। ਅਲੱਗ-ਅਲੱਗ ਸ਼ਹਿਰਾਂ 'ਚ ਅਸੀਂ ਸੈਮੀਨਾਰਸ ਕਰਦੇ ਪਏ ਹੈਗੇ ਹਾਂ। 4 ਤਰੀਕ ਨੂੰ ਪਰਸੋਂ ਸ਼ਨੀਵਾਰ ਨੂੰ ਹੋਟਲ ਮਹਾਰਾਜਾ ਰੀਜੈਂਸੀ ਦੇ ਵਿੱਚ ਅਸੀਂ ਸੈਮੀਨਾਰ ਲਾ ਰਹੇ ਹਾਂ। ਇਹਨਾਂ 11 ਸ਼ਹਿਰਾਂ ਦੇ ਵਿੱਚ, ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ 11 ਸ਼ਹਿਰਾਂ ਜਦੋਂ ਸੈਮੀਨਾਰ ਲੱਗਣੇ ਆ, ਤਕਰੀਬਨ 150 ਤੋਂ ਵੱਧ ਇੰਸਟੀਟਿਊਸ਼ਨਸ ਵਰਲਡ ਵਾਈਡ ਇਹਨਾਂ 5 ਮੁਲਕਾਂ ਪਲੱਸ ਯੂਰਪ ਦੀਆਂ ਵੀ ਉੱਥੇ ਹੋਣਗੀਆਂ। ਤੁਸੀਂ ਡਾਇਰੈਕਟਲੀ ਉਹਨਾਂ ਇੰਸਟੀਟਿਊਸ਼ਨਸ ਨਾਲ ਗੱਲ ਕਰੋ। ਬਹੁਤ ਸਾਰੇ ਲੋਕ ਇੱਦਾਂ ਦੇ ਗਰੀਬ ਵੀ ਆ ਜਿਹੜੇ ਹੱਥੀਂ ਮਿਹਨਤ ਕਰਦੇ ਆ, ਜਿਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ। ਹੱਕ ਤਾਂ ਉਹਨਾਂ ਨੂੰ ਵੀ ਹੈ, ਸੋਚ ਤਾਂ ਉਹਨਾਂ ਦੀ ਵੀ ਕਿ ਅੱਗੇ ਵਧਣ। ਉਹਨਾਂ ਦੇ ਲਈ ਵੀ ਤੁਹਾਡੇ ਕੋਲ ਕੋਈ ਪ੍ਰੋਗਰਾਮਸ ਹੈਗੇ ਆ, ਉਹ ਵੀ ਇਹਨਾਂ ਸੈਮੀਨਾਰ ਦੇ ਵਿੱਚ ਆਉਣ? ਜਿਹੜੇ ਸੈਮੀਨਾਰ ਤੁਸੀਂ ਰੱਖ ਰਹੇ ਹੋ ਜੀ, ਤੁਹਾਡੇ ਤੱਕ ਲੋਕੀ ਪਹੁੰਚ ਸਕਣ, ਉਹਦੀ ਇਨਫੋਰਮੇਸ਼ਨ ਕਿੱਥੋਂ ਲੈਣ? ਸੋ ਸਕਰੀਨ ਦੇ ਉੱਤੇ ਤੁਸੀਂ ਐਲ ਬੈਨਰ ਦੇਖ ਰਹੇ ਹੈਗੇ, ਉਸ ਫੋਨ ਨੰਬਰਸ ਨੇ, ਸਾਡੀ ਵੈਬਸਾਈਟ ਆ, ਔਰ ਸਾਰੇ ਹੀ ਸ਼ਹਿਰਾਂ 'ਚ। ਸੋ ਸਭ ਤੋਂ ਪਹਿਲਾਂ 4 ਤਰੀਕ ਨੂੰ ਹਰੇਕ ਸ਼ਨੀਵਾਰ ਨੂੰ ਸੈਮੀਨਾਰ ਆ। 4 ਤਰੀਕ ਨੂੰ ਲੁਧਿਆਣੇ ਆ, ਉਸ ਤੋਂ ਬਾਅਦ 'ਚੋਂ ਜਲੰਧਰ, ਫਿਰ ਅੰਮ੍ਰਿਤਸਰ, ਇਸੇ ਤਰੀਕੇ ਨਾਲ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ। ਸਾਰੀ ਡਿਟੇਲ ਜਿਹੜੀ ਆ ਉਹ ਸਕਰੀਨ 'ਤੇ ਵੀ ਦੇਖ ਸਕਦੇ ਹੋ, ਸਾਡੀ ਵੈਬਸਾਈਟ 'ਤੇ ਦੇਖ ਸਕਦੇ ਹੋ। ਸਾਡੇ ਕਿਸਾਨ ਭਰਾ ਨੇ, ਉਹਨਾਂ ਨੇ ਉਹ ਆਈਲੈਟਸ ਨਹੀਂ ਕਰ ਸਕਦੇ, ਉਹਨਾਂ ਵਾਸਤੇ ਅਲਬਰਟਾ ਦਾ ਇਨਵੈਸਟਰ ਪ੍ਰੋਗਰਾਮ ਆ ਕਿ ਅਗਰ ਤੁਸੀਂ ਖੇਤੀਬਾੜੀ ਵਾਸਤੇ ਅਲਬਰਟਾ 'ਚ ਇਨਵੈਸਟਮੈਂਟ ਕਰਦੇ ਹੋ ਤਾਂ ਤੁਸੀਂ ਪਰਿਵਾਰ ਸਮੇਤ ਕੈਨੇਡਾ ਜਾ ਸਕਦੇ ਹੈਗੇ ਹੋ ਪੱਕੇ ਤੌਰ 'ਤੇ, ਔਨ ਪਰਮਾਨੈਂਟ ਰੈਜ਼ੀਡੈਂਸੀ ਐਂਡ ਨੋ ਆਈਲੈਟਸ ਇਜ਼ ਰਿਕੁਆਇਰਡ। ਅਗਰ ਕੀ ਨਾਮ ਹੈ ਲਾਈਕ ਐਸੇ ਮੁਲਕ ਹੋਣਗੇ ਜਿੱਥੇ ਰੇਪਿਸਟਸ ਨੂੰ ਬਾਹਰ ਕੱਢਿਆ ਜਾਊਗਾ ਅਤੇ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਜਾਊਗਾ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਹੋਣਗੀਆਂ, ਅਤੇ ਉੱਥੇ ਸੋਸ਼ਲ ਜਸਟਿਸ ਨਹੀਂ ਆ, ਉੱਥੇ ਹਿਊਮਨ ਰਾਈਟਸ ਦੀ ਵੈਲਿਊ ਨਹੀਂ ਆ। ਔਰ ਤਾਈਓ ਉਹਨਾਂ ਦੇਸ਼ਾਂ ਤੋਂ ਲੋਕੀ ਭੱਜਣਗੇ, ਉਹ ਭੱਜ ਕੇ ਕਿਸੇ ਹੋਰ ਮੁਲਕ 'ਚ ਜਾਣਗੇ ਜਿੱਥੇ ਕਿਊਬੈਕ ਵਰਗੀ ਜਗ੍ਹਾ ਦੇ ਵਿੱਚ ਅਗਰ ਤੁਹਾਡੀ ਦਸਤਾਰ 'ਤੇ ਉਂਗਲ ਉੱਠੀ ਤਾਂ 2 ਘੰਟਿਆਂ ਦੇ ਵਿੱਚ ਉਸ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਬੋਲਣਾ ਪਿਆ ਕਿ ਮੈਨੂੰ ਜਿਹੜਾ ਕਲਪਰੇਟ ਆ ਉਹ ਵਿਦਿਨ ਸੈਕਿੰਡਸ ਜੇਲ੍ਹ 'ਚ ਚਾਹੀਦਾ ਆ। ਜਿਹੜੇ ਓਵਰਏਜ ਹੋ ਚੁੱਕੇ ਆ ਜੀ, ਹੁਣ ਸਟੱਡੀ ਦੇ ਉੱਤੇ ਨਹੀਂ ਜਾ ਸਕਦੇ, ਆਲਸ ਕਰ ਨਹੀਂ ਸਕਦੇ ਜੀ, ਐਕਸਪ੍ਰੈਸ ਐਂਟਰੀ ਲਾ ਨਹੀਂ ਸਕਦੇ, ਉਹਨਾਂ ਦੀ ਰਿਕੁਆਇਰਮੈਂਟ ਉਹ ਪੂਰੀਆਂ ਨਹੀਂ ਕਰਦੇ, ਫਿਰ ਉਹ ਡੌਂਕੀ ਲਾਉਣ ਦੇ ਤਰੀਕੇ ਲੱਭਦੇ ਆ। ਲੱਖਾਂ ਰੁਪਇਆ, 40 ਲੱਖ, 50 ਲੱਖ ਜੇ ਮੂੰਹ ਮੰਗੀ ਕੀਮਤ। ਜਾਣ ਦੀ ਇੱਛਾ ਹੁੰਦੀ ਹੈ ਕਿ ਜਾਣਾ ਜ਼ਰੂਰ ਆ, ਭਾਵੇਂ ਕੁਝ ਵੀ ਹੋ ਜੇ। ਉਹ ਵੀ ਆਣ, ਉਮੀਦ ਦੀ ਕਿਰਨ ਉਹਨਾਂ ਨੂੰ ਵੀ ਦਿਖੂਗੀ ਕੋਈ ਤੁਹਾਡੇ ਕੋਲੋਂ ਕਿ ਕੁਛ ਨਾ ਕੁਛ ਬਣ ਸਕਦਾ। ਉਮੀਦ ਦੀ ਕਿਰਨ ਮਿਲੂਗੀ, ਪਰ ਡੌਂਕੀ ਨਹੀਂ ਲੱਗਣੀ ਇੱਥੇ। ਸਾਡੀ ਕਲਾਇੰਟ ਆ 8 ਪਤਾ ਨਹੀਂ 9 ਰਿਫਿਊਜ਼ਲਾਂ ਤੋਂ ਬਾਅਦ ਸਾਡੇ ਕੋਲ ਆਏ। 10 ਸਾਲ ਦਾ ਗੈਪ, ਅਸੀਂ ਉਹਨਾਂ ਦਾ ਸਟੱਡੀ ਪਰਮਿਟ ਲਗਵਾ ਕੇ ਦਿੱਤਾ। ਚੈਲੰਜ ਕਰਦਾ ਹੈ ਕਿ ਇੱਕ ਵੀ ਬੰਦਾ ਪੰਜਾਬ ਕੀ ਦੁਨੀਆ 'ਚੋਂ ਕਿਤੇ ਉੱਠ ਕੇ ਇਹ ਚੀਜ਼ ਕਹਿ ਦੇਵੇ ਕਿ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਨੇ ਸਾਡੇ ਨਾਲ ਠੱਗੀ ਕੀਤੀ, ਜਾਂ ਸਾਡੇ ਨਾਲ ਐਗਰੀਮੈਂਟ ਤੋਂ ਬਾਹਰ ਹੋ ਕੇ ਕੁਛ ਕੀਤਾ, ਜਾਂ ਕੈਨੇਡੀਅਨ ਲਾਅ ਤੋਂ ਬਾਹਰ ਹੋ ਕੇ ਕੁਛ ਕੀਤਾ, ਅਤੇ ਮੈਂ ਦੇਣਦਾਰ ਹਾਂ। ਜਿਹੜੀਆਂ ਦੁਕਾਨਾਂ ਨੇ, ਜਿਨ੍ਹਾਂ ਨੇ ਸ਼ਾਇਦ ਆਪ ਕਦੇ ਦਿੱਲੀ ਨਹੀਂ ਟੱਪਿਆ, ਉਹ ਅਗਰ ਤੁਹਾਨੂੰ ਗਾਈਡ ਕਰ ਰਹੇ ਨੇ ਤਾਂ ਕੀ ਗਾਈਡ ਕਰਨਗੇ। ਔਰ ਮੈਨੂੰ ਕਈ ਜਗ੍ਹਾ 'ਤੇ ਤਾਂ ਇੱਦਾਂ ਦੀ ਵੀ ਹੈਰਾਨੀ ਨਜ਼ਰ ਆਉਂਦੀ ਹੁੰਦੀ ਹੈ ਕਿ ਬੰਦਾ ਜਿਹਨੇ ਦੁਕਾਨ ਖੋਲ੍ਹੀ ਹੋਈ ਉਹ ਆਪ ਸ਼ਾਇਦ 12ਵੀਂ ਪਾਸ ਹੋਵੇ। ਪਰ ਸਰਕਾਰ ਤਾਂ ਜਿਹੜੇ ਹੈਗੇ ਬਾਹਰ ਗਏ ਉਹਨਾਂ ਨੂੰ ਵੀ ਮੋੜਨ ਦੀ ਗੱਲ ਕਰਦੀ ਹੈ, ਫਿਰ ਕੰਸਲਟੈਂਸੀਆਂ ਜਿਹੜੀਆਂ ਹੈਗੀਆਂ ਉਹ ਤਾਂ ਇੱਥੋਂ ਲੈ ਕੇ ਜਾਣ ਦੀ ਗੱਲ ਕਰਦੀ। ਇਹਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਲੋਕ ਉਹ ਵੀ ਇਹ ਗੱਲ ਕਹਿੰਦੇ ਆ ਕਿ ਪੰਜਾਬ ਤਾਂ ਖਾਲੀ ਹੋ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਉੱਧਰ ਵੀ ਗਏ ਨੇ ਉਹ ਵਾਪਸ ਆਉਣ, ਪਰ ਉਹਦੇ ਵਾਸਤੇ ਮਾਹੌਲ ਸਿਰਜੋ। ਇਹ ਤਾਂ ਨਹੀਂ ਕਿ ਮੰਦੀ ਬਾਰੇ ਸੋਚੇ ਨਾ ਜਾਵੇ, ਭਵਿੱਖ ਸਟੂਡੈਂਟ ਦਾ ਕੀ ਰਹੇਗਾ। ਅੰਨ੍ਹੇਵਾਹ ਧੱਕੀ ਜਾ ਰਹੇ ਹੋ, ਜਹਾਜ਼ ਦੀਆਂ ਬਾਰੀਆਂ ਨੂੰ ਹੱਥ ਪਵਾਈ ਜਾ ਰਹੇ ਹੋ ਆਪਣੇ ਫਾਇਦੇ ਦੇ ਲਈ। ਬਹੁਤ ਵਧੀਆ ਸਵਾਲ ਹੈ ਤੁਹਾਡਾ। ਰਿਸੈਸ਼ਨ ਆ ਹੀ ਚੁੱਕਾ ਹੈ, ਪਰ ਅਗਰ ਉਹਨੂੰ ਓਫੀਸ਼ੀਅਲ ਵੇਟ ਕਰਨੀ ਹੈ ਕਰ ਲਓ। ਅਗਰ ਰਿਸੈਸ਼ਨ ਤੋਂ ਬਾਹਰ ਨਿਕਲਣਾ ਹੈ ਤਾਂ ਇਹਨਾਂ ਕੰਟਰੀਜ਼ ਵਾਸਤੇ ਐਜੂਕੇਸ਼ਨ, ਇੰਟਰਨੈਸ਼ਨਲ ਐਜੂਕੇਸ਼ਨ ਇੱਕ ਮਾਡਲ ਆ ਉਸ ਰਿਸੈਸ਼ਨ ਤੋਂ ਬਾਹਰ ਨਿਕਲਣ ਵਾਸਤੇ। ਇਹ ਸਭ ਤੋਂ ਵੱਡਾ ਸਾਲ ਹੋਊਗਾ। ਯੂ ਵਿਲ ਸੀ ਕਿ 5 ਮੁਲਕ, ਜਿਹੜੇ 5 ਮੇਜਰ ਮੁਲਕ ਨੇ, ਉਹਨਾਂ 5 ਮੁਲਕਾਂ ਦੇ ਵਿੱਚ ਹਿਸਟੋਰਿਕ ਨੰਬਰ ਬਾਹਰ ਜਾਣਗੇ। ਉਹਨਾਂ ਨੇ ਮੰਦੀ ਦੇ ਵਿੱਚ ਉੱਭਰਨਾ ਹੈ, ਉਹਨਾਂ ਨੂੰ ਸਟੂਡੈਂਟ ਚਾਹੀਦੇ ਆ, ਪਰ ਕੀ ਜਿਹੜੇ ਸਟੂਡੈਂਟ ਇਸ ਸਾਲ ਦੌਰਾਨ ਬਾਹਰ ਜਾਣਗੇ
ਉਹਨਾਂ ਦਾ ਭਵਿੱਖ ਸੁਰੱਖਿਅਤ ਹੈਗਾ ਹੈ? ਉਹਨਾਂ ਨੂੰ ਕੰਮ ਮਿਲ ਸਕੇਗਾ? ਲੱਖਾਂ ਦੀ ਗਿਣਤੀ ਵਿੱਚ ਸਟੂਡੈਂਟ ਜਾ ਰਹੇ ਆ, ਉੱਥੇ ਜਾ ਕੇ ਕਮਾ ਵੀ ਸਕਣਗੇ ਜਾਂ ਉੱਥੇ ਫਸ ਜਾਣਗੇ ਜਾ ਕੇ? ਸਾਨੂੰ ਬਹੁਤ ਕਾਲਾਂ ਆਉਂਦੀਆਂ ਕਿ ਮੇਰੇ ਨਾਲ ਠੱਗੀ ਹੋ ਗਈ ਜੀ, ਮੇਰੇ ਹੁਣ ਪੈਸੇ ਨਹੀਂ ਮੋੜ ਰਹੇ, ਸਾਡੇ ਨਾਲ ਚੱਲੋ ਜੀ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਦੁਨੀਆ ਦੇ ਵਿੱਚ ਹਰ ਇਨਸਾਨ ਅੱਗੇ ਵਧਣਾ ਚਾਹੁੰਦਾ ਹੈ, ਕਿਉਂਕਿ ਇਹ ਕੁਦਰਤ ਦਾ ਇੱਕ ਨਿਯਮ ਵੀ ਹੈ, ਕਿਉਂਕਿ ਜੋ ਚੱਲਦੇ ਰਹਿੰਦੇ ਹੈ ਉਹ ਹਮੇਸ਼ਾ ਚੰਗੇ ਰਹਿੰਦੇ ਹੈ, ਜੋ ਰੁਕ ਜਾਂਦੇ ਉਹਨਾਂ ਦੇ ਵਿੱਚ ਖੜੋਤ ਆ ਜਾਂਦੀ ਹੈ। ਸੋ ਇਹ ਚੱਲਦੇ ਰਹਿਣ ਦਾ ਨਿਯਮ ਪਹਿਲਾਂ ਤੋਂ ਹੀ ਕੰਮ ਕਰਦਾ ਆਇਆ ਹੈ। ਪੁਰਾਣੀਆਂ ਸੱਭਿਅਤਾਵਾਂ ਤੋਂ ਵੀ ਦੇਖੀਏ ਕਿ ਲੋਕ ਹਮੇਸ਼ਾ ਇੱਕ ਥਾਂ ਤੋਂ ਦੂਜੀ ਥਾਂ ਵਧੀਆ ਜ਼ਿੰਦਗੀ ਦੇ ਲਈ, ਬਿਹਤਰ ਜ਼ਿੰਦਗੀ ਦੇ ਲਈ ਜਾਂਦੇ ਰਹੇ। ਅੱਜ ਵੀ ਬਿਹਤਰ ਮੁਕਾਮ ਪਾਉਣ ਦੇ ਲਈ ਲੋਕ ਅੱਗੇ ਵਧਦੇ ਹੈ, ਪਰ ਕਈ ਵਾਰ ਮੰਜ਼ਿਲ ਕੋਈ ਹੋਰ ਹੁੰਦੀ ਹੈ ਪਰ ਰਸਤੇ ਸਹੀ ਨਹੀਂ ਮਿਲਦੇ। ਅੱਜ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਲੋਕ ਪ੍ਰਵਾਸ ਕਰ ਰਹੇ ਹੈ ਪੰਜਾਬ ਦੇ ਵਿੱਚੋਂ, ਤਾਂ ਕਿ ਇੱਕ ਚੰਗੀ ਜ਼ਿੰਦਗੀ ਜੀ ਸਕਣ। ਪਰ ਜਦੋਂ ਬਹੁਤ ਸਾਰੀਆਂ ਕੰਸਲਟੈਂਸੀਆਂ ਦੇ ਕੋਲ ਜਾਂਦੇ ਆ ਤਾਂ ਇੱਕ ਅਜਿਹਾ ਜਾਲ ਵਿਛਿਆ ਹੋਇਆ ਹੈ ਜਿਹਦੇ ਵਿੱਚੋਂ ਕੁਝ ਦਾ ਬੇੜਾ ਤਾਂ ਪਾਰ ਹੋ ਜਾਂਦਾ ਤੇ ਕਈ ਉਲਝ ਕੇ ਰਹਿ ਜਾਂਦੇ ਆ। ਸੋ ਕੁਝ ਅਜਿਹੇ ਲੋਕ ਵੀ ਨੇ ਜੋ ਦਾਅਵਾ ਕਰਦੇ ਆ ਕਿ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਕਿ ਲੋਕਾਂ ਨੂੰ ਚੰਗਾ ਭਵਿੱਖ ਮਿਲ ਸਕੇ। ਉਹਨਾਂ ਦੇ ਵਿੱਚੋਂ ਸਾਡੇ ਨਾਲ ਸੰਦੀਪ ਜੀ ਨੇ, ਬਰੈਂਪਟਨ ਇਮੀਗ੍ਰੇਸ਼ਨ ਤੋਂ। ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ ਜੀ ਪਹਿਲਾਂ ਪੰਜਾਬੀ ਲੋਕ ਚੈਨਲ। ਥੈਂਕ ਯੂ ਸੋ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਹਾਨੂੰ ਨਵਾਂ ਆਫਿਸ ਖੁੱਲ੍ਹਣ ਦੀ ਲੁਧਿਆਣਾ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਵੀ ਜੀ। ਥੈਂਕ ਯੂ ਜੀ, ਥੈਂਕ ਯੂ। ਔਰ ਤੁਹਾਨੂੰ ਜੀ ਆਇਆਂ ਨੂੰ। ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜੀ, ਉਹ ਜਦੋਂ ਬਿਹਤਰ ਭਵਿੱਖ ਦੀ ਭਾਲ ਦੇ ਵਿੱਚ ਜਾਂਦੇ ਆ, ਬਾਹਰ ਜਾਣ ਦੀ ਗੱਲ ਕਰਦੇ ਆ ਜੀ, ਤਾਂ ਅਕਸਰ ਜਿਹੜੀ ਕੰਸਲਟੈਂਸੀ ਹੈਗੀ ਆ ਉਹਨਾਂ ਦੇ ਕੋਲ ਜਾਂਦੇ ਆ, ਤਾਂ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਕਰਨਾ ਕੀ ਹੈ, ਜਾਣਾ ਕਿੱਥੇ ਆ, ਤਾਂ ਫਿਰ ਅਜਿਹੀਆਂ ਕੰਸਲਟੈਂਸੀਆਂ ਦੇ ਲਈ ਇੱਕ ਮੌਕਾ ਬਣ ਜਾਂਦੇ। ਜਦੋਂ ਬੰਦਾ ਕੋਈ ਜਾ ਕੇ ਕਹਿੰਦਾ ਕਿ ਮੈਨੂੰ ਕੁਝ ਨਹੀਂ ਪਤਾ ਜੀ, ਮੈਂ ਤੁਹਾਡੇ ਆਸਰੇ ਆ ਗਿਆ, ਤਾਂ ਇੱਕ ਮੌਕਾ ਖੁੱਲ੍ਹ ਜਾਂਦਾ ਅਤੇ ਉੱਥੋਂ ਹੀ ਠੱਗੀ ਸ਼ੁਰੂ ਹੋ ਜਾਂਦੀ ਹੈ। ਅਤੇ ਸਵਾਲ ਇਹ ਖੜ੍ਹਾ ਹੁੰਦਾ ਹੈ, ਬਹੁਤ ਸਾਰੇ ਲੋਕਾਂ ਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਜਾਣਾ ਕਿੱਥੇ ਹੈ, ਕਰਨਾ ਕੀ ਹੈ। ਤਾਂ ਬਰੈਂਪਟਨ ਇਮੀਗ੍ਰੇਸ਼ਨ ਕਿਉਂ, ਤੁਹਾਡੇ ਕੋਲ ਲੋਕ ਕਿਉਂ ਆ? ਬਹੁਤ ਵਧੀਆ ਸਵਾਲ ਹੈ ਤੁਹਾਡਾ। ਅਨਫੋਰਚੂਨੇਟਲੀ ਕਿ ਪੰਜਾਬ ਦੇ ਅੰਦਰ ਬਹੁਤ ਜ਼ਿਆਦੀਆਂ ਇਮੀਗ੍ਰੇਸ਼ਨ ਕੰਪਨੀਜ਼ ਨੇ। ਇਸ ਚੀਜ਼ 'ਚ ਕੋਈ ਸ਼ੱਕ ਨਹੀਂ ਹੈ ਕਿ 80ਾਂ ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਪੰਜਾਬ ਤੋਂ ਮਾਈਗ੍ਰੇਸ਼ਨ ਹੋਈ ਹੈ। ਉਹਦੇ ਕਈ ਕਾਰਨ ਨੇ। ਮੈਨੂੰ ਆਪ ਇਹ ਮਹਿਸੂਸ ਹੁੰਦਾ ਕਿ ਮਾਈਗ੍ਰੇਸ਼ਨ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਕੋਈ ਸੌਖੀ ਖੇਡ ਨਹੀਂ। ਤੁਸੀਂ ਇਹ ਸੋਚੋ ਕਿ ਤੁਸੀਂ ਪੰਜਾਬ 'ਚ ਰਹਿੰਦੇ ਹੋ, ਤੁਹਾਨੂੰ ਆਪਣਾ ਘਰ-ਬਾਰ ਲੁਧਿਆਣੇ ਤੋਂ ਛੱਡ ਕੇ ਅੰਬਾਲੇ ਮੂਵ ਕਰਨਾ ਪਵੇ, ਉਹ ਹੀ ਬਹੁਤ ਔਖਾ ਹੈ, ਬਹੁਤ ਔਖੀ ਡਿਸੀਜ਼ਨ ਹੁੰਦਾ ਹੈ ਉਹ। ਪਰ ਪੰਜਾਬ ਦੇ ਸਰਕਮਸਟਾਂਸਿਸ ਇੱਦਾਂ ਦੇ ਰਹੇ ਆ ਕਿ ਜਦੋਂ ਨੌਜਵਾਨੀ ਨੂੰ 80ਾਂ ਦੇ ਦਹਾਕੇ ਦੇ ਵਿੱਚ ਪੋਲੀਟੀਕਲੀ ਇਸ਼ੂਜ਼ ਕਰਕੇ ਮੂਵ ਹੋਣਾ ਪਿਆ, ਅਤੇ ਅੱਜ ਜਿਹੜਾ ਟਰੈਂਡ ਹੈਗਾ ਹੈ ਉਹ ਹੈਗਾ ਹੈ ਕਿ ਬੈਚਲਰ ਡਿਗਰੀ ਹੋਲਡਰਸ, ਮਾਸਟਰ ਡਿਗਰੀ ਹੋਲਡਰਸ, ਉਹਨਾਂ ਕੋਲ ਨੌਕਰੀਆਂ ਨਾ ਹੋਣੀਆਂ। ਉਹਨਾਂ ਕੋਲ ਚੋਇਸਿਸ ਕੀ ਨੇ, ਜਾਂ ਤਾਂ ਉਹ ਵਿਹਲੇ ਰਹਿ ਕੇ ਨਸ਼ੇ ਦੇ ਅਧੀਨ ਲੱਗ ਜਾਣ, ਜਾਂ ਵਿਹਲਾ ਦਿਮਾਗ ਵੈਸੇ ਹੀ ਸ਼ੈਤਾਨ ਦਾ ਘਰ ਹੈਗਾ ਹੈ, ਬਜ਼ੁਰਗ ਕਹਿੰਦੇ ਰਹੇ। ਸੋ ਉਹ ਮੇਰੀ ਇਹ ਪਰਸਨਲ ਥਿੰਕਿੰਗ ਹੈ ਕਿ ਉਹ ਮਰਜ਼ੀ ਨਾਲ ਨਹੀਂ, ਮਜਬੂਰੀ ਵਸ ਇੱਥੋਂ ਦੀ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ। ਜਦੋਂ ਬਾਹਰਲੇ ਮੁਲਕਾਂ ਜਾਣਾ ਆ ਤਾਂ ਉਦੋਂ ਜਿਹੜੀਆਂ ਦੁਕਾਨਾਂ ਨੇ, ਜਿਨ੍ਹਾਂ ਨੇ ਸ਼ਾਇਦ ਆਪ ਕਦੇ ਦਿੱਲੀ ਨਹੀਂ ਟੱਪਿਆ, ਉਹ ਅਗਰ ਤੁਹਾਨੂੰ ਗਾਈਡ ਕਰ ਰਹੇ ਨੇ ਤਾਂ ਕੀ ਗਾਈਡ ਕਰਨਗੇ। ਔਰ ਮੈਨੂੰ ਕਈ ਜਗ੍ਹਾ 'ਤੇ ਤਾਂ ਇੱਦਾਂ ਦੀ ਵੀ ਹੈਰਾਨੀ ਨਜ਼ਰ ਆਉਂਦੀ ਹੁੰਦੀ ਹੈ ਕਿ ਬੰਦਾ ਜਿਹਨੇ ਦੁਕਾਨ ਖੋਲ੍ਹੀ ਹੋਈ ਉਹ ਆਪ ਸ਼ਾਇਦ 12ਵੀਂ ਪਾਸ ਹੋਵੇ, ਅਤੇ ਉਹ ਮਾਸਟਰ ਡਿਗਰੀ ਹੋਲਡਰਸ ਨੂੰ ਰਸਤਾ ਦਿਖਾ ਰਿਹਾ ਕਿ ਮਿੱਤਰਾ ਤੂੰ MBA ਕਰ ਲਾ, ਜਾਂ ਤੂੰ PG ਡਿਪਲੋਮਾ ਇਸ 'ਚ ਕਰ ਲਾ। ਸ਼ਾਇਦ ਉਸ ਦੇ ਵਿੱਚ ਕੰਟੈਂਟ ਕੀ ਆ ਉਸ ਪੜ੍ਹਾਈ ਦੇ ਵਿੱਚ, ਉਹਦੇ ਬਾਰੇ ਉਹਨੂੰ ਸ਼ਾਇਦ ਜਾਣਕਾਰੀ ਤੱਕ ਵੀ ਨਾ ਹੋਵੇ। ਸੋ ਇਹ ਬਹੁਤ ਅਨਫੋਰਚੂਨੇਟ ਆ। ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਬਾਹਰ ਜਾਣ ਦਾ ਸੁਪਨਾ ਲੈ ਰਹੇ ਨੇ, ਅਸੀਂ ਸਾਰੇ ਹੀ ਗੂਗਲ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇੰਨਾ ਕੁ ਟਾਈਮ ਖਰਾਬ ਕਰਦੇ ਹਾਂ। ਮੇਰਾ ਖਿਆਲ ਹੈ ਕਿ 2-3 ਘੰਟੇ ਮਿਨੀਮਮ ਨੇ ਜਿਹੜਾ ਅਸੀਂ ਜ਼ਿੰਦਗੀ ਦੇ ਰੋਜ਼ ਇਹਨਾਂ ਚੀਜ਼ਾਂ 'ਤੇ ਲਾ ਰਹੇ ਹਾਂ। ਪਰ ਜਦੋਂ ਅਸੀਂ ਆਪਣੀ ਮੰਜ਼ਿਲ ਦਾ ਡਿਸੀਜ਼ਨ ਲੈਣਾ ਉਸ 'ਚ ਨਹੀਂ, ਉਦੋਂ ਅਸੀਂ ਇਹ ਨਹੀਂ ਕਰ ਰਹੇ ਹੈਗੇ। ਉਦੋਂ ਸਾਨੂੰ ਚਾਹੀਦਾ ਹੈ ਕਿ ਥੋੜ੍ਹਾ ਟਾਈਮ ਅਸੀਂ ਇਹ ਜ਼ਰੂਰ ਚੈੱਕ ਕਰੀਏ ਕਿ ਜਿਹੜੇ ਅਸੀਂ ਕੰਸਲਟੈਂਟ ਕੋਲ ਜਾ ਰਹੇ ਹਾਂ ਉਹਨੂੰ ਕੈਨੇਡਾ ਦੀ ਸਰਕਾਰ
ਜਾਂ US ਦੀ ਸਰਕਾਰ ਜਾਂ UK ਦੀ ਸਰਕਾਰ ਜਾਂ ਜਿਸ ਮੁਲਕ 'ਚ ਵੀ ਅਸੀਂ ਜਾਣਾ ਉਹਦੀ ਸਰਕਾਰ ਦੀ ਮਾਨਤਾ ਪ੍ਰਾਪਤ ਵੀ ਹੈ ਕਿ ਨਹੀਂ ਆ ਕਿ ਉਹ ਵੈਸੇ ਹੀ ਬਿਨਾਂ ਇੱਕ ਬਾਹਰਲੀ ਮਾਨਤਾ ਪ੍ਰਾਪਤ ਕੀਤੀ। ਹਾਂ, ਪੰਜਾਬ ਦੀ ਮਾਨਤਾ ਲੈਣੀ ਬਹੁਤ ਸੌਖੀ ਹੈ, ਤੁਸੀਂ ਫੀਸ ਪੇ ਕਰਦੇ ਹੋ ਅਤੇ ਤੁਹਾਨੂੰ ਸੋ ਕਾਲਡ ਪੰਜਾਬ ਦਾ ਲਾਇਸੈਂਸ ਮਿਲ ਜਾਂਦਾ। ਬਟ ਦ ਮੇਜਰ ਥਿੰਗ ਇਜ਼ ਕਿ ਉਹਨਾਂ ਲਾਇਸੈਂਸ ਹੋਲਡਰਸ ਕੋਲੇ ਕਿ ਆਥੋਰਾਈਜ਼ਡ ਪੋਰਟਲਸ ਨੇ ਕਿ ਕੈਨੇਡਾ ਦੀ ਸਰਕਾਰ ਉਹਨਾਂ ਨੂੰ ਪਰਮਿਟ ਕਰ ਰਹੀ ਹੈ ਕਿ ਉਹ ਤੁਹਾਨੂੰ ਐਡਵਾਈਸ ਦੇ ਸਕਣ। ਸੋ ਇਹੀ ਚੀਜ਼ਾਂ ਨੇ, ਇਹਨਾਂ ਚੀਜ਼ਾਂ ਕਰਕੇ ਇੱਥੇ ਜ਼ਿਆਦਾ ਫਰਾਡ ਹੈਗਾ ਆ। ਹੋਰ ਇਹਨਾਂ ਚੀਜ਼ਾਂ ਵਾਸਤੇ ਉਨੀ ਦੇਰ ਤੱਕ ਫਰਾਡ ਹੋਊਗਾ ਜਦ ਤੱਕ ਕੰਜ਼ਿਊਮਰ ਜਾਂ ਜਿਹੜਾ ਕਲਾਇੰਟ ਆ ਜਾਂ ਜਿਹੜਾ ਸਟੂਡੈਂਟ ਆ ਉਹ ਆਪਣੇ ਆਪ ਨੂੰ ਆਪ ਐਜੂਕੇਟ ਨਹੀਂ ਕਰਦਾ। ਬਹੁਤ ਸਾਰੇ ਤੁਸੀਂ ਕਿਹਾ ਕਿ ਜਿਹੜੇ ਅੰਨੇ ਹੈਗੇ ਆ ਉਹ ਸੁਜਾਖਿਆਂ ਨੂੰ ਰਾਹ ਦਿਖਾ ਰਹੇ ਆ, ਅੱਖਾਂ ਵਾਲਿਆਂ ਨੂੰ ਤੋਰ ਰਹੇ ਆ। ਤੁਹਾਡੇ ਕਹਿਣ ਦਾ ਮਤਲਬ ਇੱਕ ਤਰ੍ਹਾਂ ਦਾ ਇਦਾਂ ਦਾ ਹੀ, ਪਰ ਉਹ ਤਾਂ ਕਹਿੰਦੇ ਕਿ ਅਸੀਂ ਇੰਨੇ ਵੀਜ਼ਾਜ਼ ਲਵਾ ਚੁੱਕੇ ਹਾਂ ਹੁਣ ਤੱਕ ਕਿ ਤੁਸੀਂ ਪਾਸਪੋਰਟ ਤਾਂ ਦੇਖੋ ਸਾਡੇ, ਕਿ ਕਿੱਦਾਂ ਅਸੀਂ ਇੱਕ ਦੇ ਨਾਲ ਇੱਕ ਜੋੜ ਕੇ ਪਾਸਪੋਰਟ ਉਹ ਦਿਖਾ ਰਹੇ ਹੁੰਦੇ ਕਿ ਦੇਖੋ ਜੀ ਸਾਡੇ ਇੰਨੇ ਵੀਜ਼ੇ ਆਏ, ਸਾਡੇ ਇੰਨੇ ਵੀਜ਼ੇ ਆਏ। ਫਿਰ ਉਹ ਜਿਹੜੀ ਗਿਣਤੀ ਹੁੰਦੀ ਉਹ ਕਿ ਇੱਦਾਂ ਵੱਧਦੀ ਜਾਂਦੀ ਹੈ ਜੀ, ਜੇ ਤੁਸੀਂ ਕਹਿੰਦੇ ਹੋ ਕਿ ਉਹ ਵੈਲਿਡ ਹੀ ਹੈ ਨਹੀਂ ਅਤੇ ਉਹਨਾਂ ਕੋਲ ਜਾਣਕਾਰੀ ਹੈ ਨਹੀਂ। ਬਹੁਤ ਵਧੀਆ ਸਵਾਲ ਆ ਤੁਹਾਡਾ। ਸਿੰਪਲ ਜਿਹਾ ਕਨਸੈਪਟ ਆ ਮਾਰਕੀਟਿੰਗ ਦਾ। ਉਹ ਹੈਗਾ ਕਿ ਤੁਸੀਂ ਖੂਹ ਦੇ ਵਿੱਚ ਕਿੰਨੇ ਕੁ ਪੱਥਰ ਸੁੱਟ ਰਹੇ ਹੋ, ਉਹਨਾਂ ਵਿੱਚੋਂ ਦੀ ਕਿੰਨੇ ਕੁ ਪੱਥਰ ਜਿਹੜੇ ਆ ਉਹ ਪਾਣੀ 'ਤੇ ਤਰਦੇ ਪਏ ਆ, ਸਾਰੇ ਤਾਂ ਤਰੇ ਨਹੀਂ। ਸੋ ਦ ਪੁਆਇੰਟ ਇਜ਼ ਕਿ ਜਿੰਨੇ ਕੁ ਡੁੱਬੇ ਨੇ ਉਹ ਨਹੀਂ ਦਿਖਣੇ, ਉਹਦੀ ਤਾਦਾਦ ਵੀ ਜ਼ਿਆਦਾ ਹੋਊਗੀ। ਜਿਹੜੇ ਤੈਰ ਗਏ ਨੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮੈਂ ਕਿਸੇ ਦੇ ਉੱਤੇ ਅਟੈਕ ਨਹੀਂ ਕਰਨਾ ਚਾਹ ਰਿਹਾ। ਮੇਰਾ ਸਿੰਪਲ ਜਿਹਾ ਇੱਕ ਸਵਾਲ ਆ ਕਿ ਅਗਰ ਤੁਹਾਡਾ ਕੰਮ ਇੰਨਾ ਵਧੀਆ ਆ ਤੇ RCIC ਜਾਂ ਕੈਨੇਡਾ ਦੀ ਸਰਕਾਰ ਤੁਹਾਨੂੰ ਗੋਸਟ ਕੰਸਲਟੈਂਟ ਕਿਉਂ ਕਹਿ ਰਹੀ ਹੈ? ਐਜ਼ ਸਿੰਪਲ ਐਜ਼ ਦੈਟ। ਅਗਰ ਸਭ ਤੋਂ ਵੱਧ ਗਿਣਤੀ ਪੰਜਾਬ ਦੀ ਕਿੱਥੇ ਜਾ ਰਹੀ ਹੈ? ਕੈਨੇਡਾ ਜਾ ਰਹੀ ਹੈ ਨਾ। ਅਤੇ ਕੈਨੇਡਾ ਦੀ ਸਰਕਾਰ ਤੁਹਾਨੂੰ ਲੀਗਲ ਡਾਕੂਮੈਂਟਸ ਦੇ ਵਿੱਚ ਗੋਸਟ ਕੰਸਲਟੈਂਟ ਕਹਿ ਕੇ ਕਿਉਂ ਤੁਹਾਡੇ ਬਾਰੇ ਜਦੋਂ ਗੱਲ ਕਰਨੀ ਹੋਵੇ ਉਦੋਂ ਤੁਹਾਨੂੰ ਗੋਸਟ ਕੰਸਲਟੈਂਟ ਕਿਉਂ ਕਿਹਾ ਜਾਵੇ? ਸੋ ਉਹਦਾ ਸਿੰਪਲ ਜਿਹਾ ਜਵਾਬ ਹੈ ਕਿ ਮੈਂ ਆਪਣੀ ਗੱਲ ਕਰਦਾ ਕਿ ਮੇਰਾ ਜਨਮ ਕੈਨੇਡਾ ਦਾ, ਮੈਂ ਲੰਬਾ ਸਮਾਂ ਕੈਨੇਡਾ 'ਚ ਰਿਹਾ। ਮੈਨੂੰ ਪੈਸੇ ਦੇ ਕੇ ਕਿਸੇ ਦਫ਼ਤਰ ਦੇ ਵਿੱਚ ਲਾਇਸੈਂਸ ਨਹੀਂ ਮਿਲਿਆ, ਮੈਨੂੰ ਪੜ੍ਹਾਈ ਕਰਨੀ ਪਈ। ਪੜ੍ਹਾਈ ਕਰਨ ਤੋਂ ਬਾਅਦ 'ਚੋਂ ਲਾਇਸੈਂਸਿੰਗ ਐਗਜ਼ਾਮ ਦੇਣਾ ਪਿਆ ਔਰ ਉਸ ਤੋਂ ਬਾਅਦ 'ਚ ਜਾ ਕੇ ਮੈਨੂੰ ਲਾਇਸੈਂਸ ਮਿਲਿਆ। ਉਹ ਲਾਇਸੈਂਸ ਦਾ ਹਰ ਵੇਲੇ ਮੇਰੇ ਸਿਰ 'ਤੇ ਇੱਕ ਕਿਰਪਾਨ ਲਟਕਦੀ ਪਈ ਆਡਿਟ ਦੀ। ਸੋ ਇਹ ਜਿਹੜੇ ਇਸ਼ੂਜ਼ ਨੇ, ਅਗਰ ਪੰਜਾਬ ਸਰਕਾਰ, ਇਹ ਮੇਰੀ ਗੁਜ਼ਾਰਿਸ਼ ਵੀ ਆ ਕਿ ਅਗਰ ਪੰਜਾਬ ਸਰਕਾਰ ਸੱਚੀ ਇਸ ਫਰਾਡ ਨੂੰ ਟੈਕਲ ਕਰਨਾ ਚਾਹੁੰਦੀ ਹੈ, ਲਾਇਸੈਂਸਿੰਗ ਟੈਸਟ ਰੱਖੋ, ਜਿਹੜੇ ਲੋਕ ਉਸ ਟੈਸਟ ਨੂੰ ਪਾਸ ਕਰਨ ਉਹਨਾਂ ਨੂੰ ਲਾਇਸੈਂਸ ਦੇਵੋ, ਭਾਵੇਂ ਫੀਸ 5 ਪੈਸੇ ਨਾ ਰੱਖੋ। ਅਗਰ ਤੁਸੀਂ ਪੈਸੇ ਸਿਕਿਉਰਿਟੀ ਰੱਖ ਕੇ ਲਾਇਸੈਂਸ ਦੇਣ ਦੀ ਗੱਲ ਕਰ ਰਹੇ ਹੈਗੇ ਹੋ, ਉਹਨਾਂ ਫਰਾਡ ਕੰਟਰੋਲ ਨਹੀਂ ਹੋ ਸਕਦਾ। ਲਾਇਸੈਂਸਿੰਗ ਦਾ ਐਗਜ਼ਾਮ ਜਦ ਤੱਕ ਤੁਸੀਂ ਇਹ ਚੀਜ਼ ਪੜ੍ਹੇ ਲਿਖੇ ਲੋਕਾਂ ਦੇ ਜਾਂ ਜਿਨ੍ਹਾਂ ਨੇ ਪੜ੍ਹਾਈ ਕਰਕੇ ਐਡਵਾਈਸ ਦੇਣੀ ਨਹੀਂ ਸ਼ੁਰੂ ਕਰਨਗੇ ਤਦ ਤੱਕ ਫਰਾਡ ਨਹੀਂ ਕੰਟਰੋਲ ਹੋਏਗਾ। ਹੋਰ ਇਹ ਹੀ ਇੱਕ ਤਰੀਕਾ ਆ। ਸੋ ਅਗਰ ਇਸ ਨੂੰ ਸੱਚੀ ਹਿੰਦ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਇਸ ਦੇ ਉੱਤੇ ਸੂਝਵਾਨ ਆ ਜਾਂ ਇਸ ਨੂੰ ਸੀਰੀਅਸ ਇਸ਼ੂ ਮੰਨਦੀ ਆ, ਇਸ ਹੋਰ ਮੈਂ ਮੰਨਦਾ ਹਾਂ ਕਿ ਪੰਜਾਬ ਦੇ ਵਿੱਚ ਤੁਸੀਂ, ਮੈਂ ਜਿਸ ਮਰਜ਼ੀ ਦੇਸ਼ ਸ਼ਹਿਰ ਚਲੇ ਜਾਵਾਂ, ਜਿਹੜੇ ਮਰਜ਼ੀ ਜਗ੍ਹਾ 'ਚ ਬੈਠ ਜਾ, ਮੈਨੂੰ ਉੱਥੇ ਕਹਾਣੀਆਂ ਸੁਣਨ ਨੂੰ ਮਿਲਦੀਆਂ ਕਿ ਸਾਡੇ ਨਾਲ ਇੰਨੇ ਦਾ ਫਰਾਡ ਹੋਇਆ, ਸਾਡੇ ਨਾਲ ਇੰਨੇ ਦਾ ਫਰਾਡ ਹੋਇਆ। ਸੋ ਸਰਕਾਰ ਦੀ ਇਹ ਡਿਊਟੀ ਬਣਦੀ ਹੈ ਕਿ ਜਿਵੇਂ ਤੁਸੀਂ ਗੱਡੀ ਚਲਾਉਣ ਵਾਸਤੇ ਲਾਇਸੈਂਸ ਦੇ ਰਹੇ ਹੋ, ਉਹ ਲਈ ਟੈਸਟ ਰੱਖਦੇ ਹੋ ਨਾ, ਕੀਪ ਅ ਟੈਸਟ ਫॉर ਦਿਸ, ਹੂਐਵਰ ਪਾਸਿਸ ਇਟ ਗਿਵ them the license। ਪਰ ਸਰਕਾਰ ਤਾਂ ਜਿਹੜੇ ਹੈਗੇ ਬਾਹਰ ਗਏ ਉਹਨਾਂ ਨੂੰ ਵੀ ਮੋੜਨ ਦੀ ਗੱਲ ਕਰਦੀ ਹੈ। ਫਿਰ ਕੰਸਲਟੈਂਸੀਆਂ ਜਿਹੜੀਆਂ ਹੈਗੀਆਂ ਉਹ ਤਾਂ ਇੱਥੋਂ ਲੈ ਕੇ ਜਾਣ ਦੀ ਗੱਲ ਕਰਦੀ। ਇਹਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਲੋਕ ਉਹ ਵੀ ਇਹ ਗੱਲ ਕਹਿੰਦੇ ਆ ਕਿ ਪੰਜਾਬ ਤਾਂ ਖਾਲੀ ਹੋ ਰਿਹਾ ਜੀ, ਪੰਜਾਬ ਦਾ ਭਵਿੱਖ ਕੀ ਰਹਿਣਾ, ਇੱਥੇ ਤਾਂ ਹੋਰ ਜਿਹੜੇ ਸਟੇਟਾਂ ਤੋਂ ਆ ਕੇ ਲੋਕ ਰਹਿਣ ਲੱਗ ਪਏ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਬਹੁਤ ਵਾਜਿਬ ਸਵਾਲ, ਅਤੇ ਇਹ ਇੱਕ ਪੰਜਾਬ ਵਾਸਤੇ ਚਿੰਤਾ ਦਾ ਵਿਸ਼ਾ ਆ। ਪਰ ਰਿਸਪੋਂਸੀਬਲ ਕੌਣ ਆ? 80 ਦੇ ਦਹਾਕਿਆਂ ਦੇ ਵਿੱਚ ਅਗਰ ਨੌਜਵਾਨੀ ਉੱਥੇ ਗਈ, ਉਹਦੇ ਲਈ ਜ਼ਿੰਮੇਵਾਰ ਕੌਣ? ਅਗਰ ਇੱਥੇ ਰਹਿੰਦੇ ਤਾਂ ਕੀ ਹੋਣਾ ਸੀ? ਅਗਰ ਉੱਥੇ ਗਏ ਤਾਂ ਉਹਨਾਂ ਦੀ ਕੰਟਰੀਬਿਊਸ਼ਨ ਪੰਜਾਬ ਵਾਸਤੇ ਕਿੰਨੀ ਕੁ ਵੱਡੀ ਆ, ਉਹਨੂੰ ਮੈਜ਼ਰ ਨਹੀਂ ਕੀਤਾ ਜਾ ਸਕਦਾ। ਅਗਰ ਅੱਜ ਕੈਨੇਡਾ ਦੀ ਗੱਲ ਕਰੀਏ ਤਾਂ ਸਾਡੇ ਸਿਰ 'ਤੇ ਸਰਕਾਰ ਖੜੀ ਆ, ਅਸੀਂ ਚਾਹੀਏ ਅੱਜ ਟਰੂਡੋ ਦੀ ਸਰਕਾਰ ਸੁੱਟਦੀ ਹੈ, ਅਸੀਂ ਇੰਨੇ ਸਟਰੋਂਗ ਆ। ਜਗਮੀਤ ਸਿੰਘ ਦੇ ਹੱਥ 'ਚ ਪਾਵਰ ਆ ਕਿ ਉਹ ਸਰਕਾਰ ਨੂੰ ਕੰਟਰੋਲ ਕਰਦਾ ਹੈ, ਉਹਨੇ ਕੋਲ ਮੈਜੋਰਿਟੀ ਨਹੀਂ ਲਿਬਰਲਸ ਕੋਲੇ। ਸੋ ਦ ਪੁਆਇੰਟ ਇਜ਼
ਕਿ ਸਾਡੀਆਂ ਜਨਰੇਸ਼ਨਸ ਅਗਰ ਬਾਹਰ ਜਾ ਕੇ ਇੰਨੀ ਤਰੱਕੀ ਕਰ ਸਕਦੇ ਆ, ਅਗਰ ਸਰਕਾਰਾਂ ਆਪ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਯੂਥ ਵਸੇ, ਅਗਰ ਉਹ ਵਸਾਉਣਾ ਚਾਹੁੰਦੀਆਂ ਨੇ ਤਾਂ ਪੰਜਾਬ ਵਰਗੇ ਮੁਲਕ ਨੂੰ, ਪੰਜਾਬ ਵਰਗੇ ਦੇਸ਼ ਨੂੰ ਕੌਣ ਛੱਡ ਕੇ ਜਾਣਾ ਚਾਹੁੰਦਾ? ਤੁਸੀਂ ਉਹਨਾਂ ਨੂੰ ਇਹੋ ਜਿਹੀ ਸਰਵਿਸਿਜ਼ ਪ੍ਰੋਵਾਈਡ ਕਰੋ। ਜੇ ਅਗਰ ਇੱਥੇ ਦਾ ਗਿਆ ਨੌਜਵਾਨ ਉੱਥੇ ਜਾ ਕੇ ਟਰਾਲਾ ਚਲਾ ਕੇ ਇੰਨਾ ਵੈਲ ਸੈਟਲ ਹੋ ਰਿਹਾ, ਤੇ ਤੁਸੀਂ ਇੱਥੇ ਬੈਚਲਰ ਤੇ ਮਾਸਟਰ ਡਿਗਰੀਜ਼ ਲਈ ਅਗਰ ਜੌਬਸ ਨਹੀਂ ਪ੍ਰੋਵਾਈਡ ਕਰ ਰਹੇ ਹੋ, ਹਾਊ ਕੈਨ ਯੂ ਬਲੇਮ ਸਮਵਨ ਕਿ ਉਹ ਬੱਚਾ, ਤੁਸੀਂ ਚਾਹੁੰਦੇ ਕੀ ਹੋ ਕਿ ਬੱਚਾ ਇੱਥੇ ਵਿਹਲੜ ਰਵੇ, ਕੋਈ ਕੰਮ ਨਾ ਕਰੇ ਅਤੇ ਮਾਈਗ੍ਰੇਟ ਵੀ ਨਾ ਕਰੇ, ਨਸ਼ੇ ਦੇ ਅਧੀਨ ਲੱਗੇ ਜਾਂ ਵਿਹਲਾ ਰਹਿ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੇ? ਇਜ਼ ਦਿਸ ਵਾਟ ਵੀ ਵਾਂਟ? ਅਸੀਂ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਉੱਧਰ ਵੀ ਗਏ ਨੇ ਉਹ ਵਾਪਸ ਆਉਣ, ਪਰ ਉਹਦੇ ਵਾਸਤੇ ਮਾਹੌਲ ਸਿਰਜੋ। ਔਰ ਮੈਂ ਤੁਹਾਨੂੰ ਅੱਜ ਇਹ ਗਾਰੰਟੀ ਦੇ ਨਾਲ ਕਹਿ ਰਿਹਾ ਕਿ ਮੇਰੇ ਵਰਗੇ ਅਨੇਕਾਂ ਨੌਜਵਾਨ ਨੇ ਜਿਹੜੇ ਸ਼ਾਇਦ ਕੈਨੇਡਾ, US, UK, ਆਸਟ੍ਰੇਲੀਆ 'ਚ ਜੰਮੇ ਹੋਣਗੇ, ਉਹ ਪੰਜਾਬ ਆ ਕੇ ਵਸਣਾ ਚਾਹੁੰਦੇ ਨੇ। ਉਹ ਜਿਹਾ ਮਾਹੌਲ ਪ੍ਰੋਵਾਈਡ ਕਰਕੇ ਦੇਵੋ। ਤੇ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੁਨੀਆ ਦੇ ਉੱਤੇ ਇਹ ਕਿਹਾ ਜਾ ਰਿਹਾ, ਅਨੁਮਾਨ ਲਾਇਆ ਜਾ ਰਿਹਾ ਕਿ ਮੰਦੀ ਦਾ ਦੌਰ ਆਉਣ ਵਾਲਾ ਦੁਨੀਆ ਦੇ ਉੱਤੇ ਜੀ, ਰਿਸੈਸ਼ਨ ਆਉਣ ਵਾਲਾ ਹੈ, ਤਾਂ ਇਹ ਕਿਹਾ ਜਾਂਦਾ ਕਿ ਕੈਨੇਡਾ ਕਹਿ ਰਿਹਾ ਕਿ 15 ਲੱਖ ਅਸੀਂ ਸਟੂਡੈਂਟ ਲੈ ਕੇ ਜਾਣਾ, ਤੇ ਮੰਦੀ ਦੇ ਦੌਰ ਦੀ ਗੱਲ ਵੀ ਕੈਨੇਡਾ ਦੇ ਵਿੱਚ ਹੁੰਦੀ ਹੈ। ਆਪਸ਼ਨਸ ਕਿਹੜੀਆਂ ਹੈ? ਕਿ ਇਹ ਵੀ ਦੇਖਿਆ ਜਾਂਦਾ ਜੇ ਤੁਹਾਡੇ ਕੋਲ ਸਟੂਡੈਂਟ ਆਉਂਦੇ ਆ ਜੀ ਕਿ ਮੈਂ ਕਿਤੇ ਜਾਣਾ ਚਾਹੁੰਦਾ, ਆਪਣਾ ਚੰਗਾ ਭਵਿੱਖ ਬਣਾਉਣਾ ਚਾਹੁੰਦਾ, ਇਹ ਤਾਂ ਨਹੀਂ ਕਿ ਮੰਦੀ ਬਾਰੇ ਸੋਚੇ ਨਾ ਜਾਵੇ, ਭਵਿੱਖ ਸਟੂਡੈਂਟ ਦਾ ਕੀ ਰਹੇਗਾ? ਅੰਨ੍ਹੇਵਾਹ ਧੱਕੀ ਜਾ ਰਹੇ ਹੋ, ਜਹਾਜ਼ ਦੀਆਂ ਬਾਰੀਆਂ ਨੂੰ ਹੱਥ ਪਵਾਈ ਜਾ ਰਹੇ ਹੋ ਆਪਣੇ ਫਾਇਦੇ ਦੇ ਲਈ। ਬਹੁਤ ਵਧੀਆ ਸਵਾਲ ਹੈ ਤੁਹਾਡਾ। ਸੋ ਦ ਪੁਆਇੰਟ ਇਜ਼ ਕਿ ਕੈਨੇਡਾ, US, UK, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਉਹਨਾਂ ਨੂੰ ਸਾਡੇ ਨਾਲ ਕੋਈ ਹੇਜ ਨਹੀਂ ਆ, ਸਾਡੇ ਨਾਲ ਕੋਈ ਹਮਦਰਦੀ ਨਹੀਂ ਆ। ਉਹ ਸਾਨੂੰ ਲੈ ਕੇ ਜਾ ਰਹੇ ਕਿਉਂਕਿ ਅਸੀਂ ਉਹਨਾਂ ਨੂੰ ਰੈਵਨਿਊ ਇਕੱਠਾ ਕਰਕੇ ਦੇ ਰਹੇ ਹਾਂ। ਸੋ ਜਿਹੜੀਆਂ ਜਿਹੜਾ ਰਿਸੈਸ਼ਨ ਆ ਹੀ ਚੁੱਕਾ ਹੈ, ਪਰ ਅਗਰ ਉਹਨੂੰ ਓਫੀਸ਼ੀਅਲ ਵੇਟ ਕਰਨੀ ਹੈ ਕਰ ਲਓ। ਅਗਰ ਰਿਸੈਸ਼ਨ ਤੋਂ ਬਾਹਰ ਨਿਕਲਣਾ ਹੈ ਤਾਂ ਇਹਨਾਂ ਕੰਟਰੀਜ਼ ਵਾਸਤੇ ਐਜੂਕੇਸ਼ਨ, ਇੰਟਰਨੈਸ਼ਨਲ ਐਜੂਕੇਸ਼ਨ ਇੱਕ ਮਾਡਲ ਆ ਉਸ ਰਿਸੈਸ਼ਨ ਤੋਂ ਬਾਹਰ ਨਿਕਲਣ ਵਾਸਤੇ। ਮੇਰਾ ਮੰਨਣਾ ਹੈ, ਮੇਰੇ ਪਰਸਨਲ ਥਾਟਸ ਨੇ ਕਿ 2023 ਜਿਹੜਾ ਸਾਲ ਆ, ਇਹ ਸਭ ਤੋਂ ਵੱਡਾ ਸਾਲ ਹੋਊਗਾ। ਯੂ ਵਿਲ ਸੀ ਕਿ ਪੰਜੋਂ ਮੁਲਕ, ਜਿਹੜੇ ਪੰਜੋਂ ਮੇਜਰ ਮੁਲਕ ਨੇ, ਉਹਨਾਂ ਪੰਜਾਂ ਮੁਲਕਾਂ ਦੇ ਵਿੱਚ ਹਿਸਟੋਰਿਕ ਨੰਬਰ ਬਾਹਰ ਜਾਣਗੇ। ਕਿਉਂਕਿ ਇਹੀ ਉਹ ਇੰਡਸਟਰੀ ਆ ਜਿਹਦੇ ਨਾਲ ਉਹਨਾਂ ਨੇ ਆਪਣੇ ਦੇਸ਼ ਦੇ ਰਿਸੈਸ਼ਨ ਨੂੰ ਬਚਾਉਣਾ ਹੈ। ਉਹਨਾਂ ਨੇ ਮੰਦੀ ਦੇ ਵਿੱਚ ਉੱਭਰਨਾ ਹੈ, ਉਹਨਾਂ ਨੂੰ ਸਟੂਡੈਂਟ ਚਾਹੀਦੇ ਆ, ਪਰ ਕੀ ਜਿਹੜੇ ਸਟੂਡੈਂਟ ਇਸ ਸਾਲ ਦੌਰਾਨ ਬਾਹਰ ਜਾਣਗੇ ਉਹਨਾਂ ਦਾ ਭਵਿੱਖ ਸੁਰੱਖਿਅਤ ਹੈਗਾ? ਉਹਨਾਂ ਨੂੰ ਕੰਮ ਮਿਲ ਸਕੇਗਾ? ਲੱਖਾਂ ਦੀ ਗਿਣਤੀ ਵਿੱਚ ਸਟੂਡੈਂਟ ਜਾ ਰਹੇ ਆ, ਉੱਥੇ ਜਾ ਕੇ ਕਮਾ ਵੀ ਸਕਣਗੇ ਜਾਂ ਉੱਥੇ ਫਸ ਜਾਣਗੇ ਜਾ ਕੇ? ਸੋ ਦੋ ਚੀਜ਼ਾਂ ਨੇ। ਕੰਮ ਦੀ ਘਾਟ ਨਹੀਂ ਹੈਗੀ ਕੈਨੇਡਾ ਦੇ ਵਿੱਚ, ਉੱਥੇ ਬੰਦਿਆਂ ਦੀ ਘਾਟ ਹੈਗੀ ਆ। ਸਾਰੀਆਂ ਮੁਲਕਾਂ ਦੇ ਵਿੱਚ ਮੇਜਰ ਜਿਹੜੀ ਪਾਵਰ ਸਾਊਥ ਏਸ਼ੀਆ ਦੇ ਕੋਲੇ ਆ, ਉਹ ਹੈਗੀ ਕਿ ਇੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਆ। ਔਰ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਕੀ ਪ੍ਰੋਬਲਮ ਆ ਕਿ ਇੱਥੇ ਪਾਪੂਲੇਸ਼ਨ ਨਹੀਂ ਹੈਗੀ ਆ। ਸੋ ਦੈਟਸ ਦ ਬਿਗੇਸਟ ਪ੍ਰੋਬਲਮ। ਤਾਈਓ ਇਹ ਜਿਹੜਾ ਮਾਈਗ੍ਰੇਸ਼ਨ ਦਾ ਦੌਰ ਆ ਉਹ ਹੈ ਹੀ ਇਸ ਲਈ ਆ ਕਿਉਂਕਿ ਇੱਕ ਏਰੀਆ ਇੱਦਾਂ ਦਾ ਜਿੱਥੇ ਪਾਪੂਲੇਸ਼ਨ ਹੀ ਪਾਪੂਲੇਸ਼ਨ ਆ, ਬੰਦੇ ਤੇ ਬੰਦਾ ਆ। ਦੂਜਾ ਇੱਦਾਂ ਦਾ ਕਿ ਉਹ ਜੰਗਲ ਤੇ ਜੰਗਲ ਪਿਆ ਆ, ਉੱਥੇ ਜਗ੍ਹਾ ਹੀ ਜਗ੍ਹਾ ਪਈ ਆ, ਮੈਨ ਪਾਵਰ ਹੈ ਨਹੀਂ ਗੀ। ਸੋ ਵਰਕ ਇਜ਼ ਨਾਟ ਦ ਪ੍ਰੋਬਲਮ। ਪਰ ਜਦੋਂ ਅਸੀਂ ਸਟੱਡੀ ਕਰਨ ਜਾ ਰਹੇ ਹੈਗੇ ਆ, ਅਸੀਂ ਇੱਕ ਬਹੁਤ ਵੱਡੇ ਵਹਿਮ 'ਚ ਜਾ ਰਹੇ ਹਾਂ। ਸਾਨੂੰ ਵੇਚਿਆ ਵੀ ਇਸੇ ਤਰੀਕੇ ਨਾਲ ਜਾਂਦਾ ਹੈ ਕਿ ਮਿੱਤਰਾ ਕੋਈ ਚੱਕਰ ਨਹੀਂ ਹੈ, ਤੂੰ ਸਟੱਡੀ ਵੀਜ਼ਾ ਲੈ ਅਤੇ ਜਾਂਦੇ ਹੀ ਤੇਰੇ ਲਈ ਜੌਬਸ ਨੇ। ਕਿੰਨੇ ਘੰਟੇ? ਇਹ ਵੀ ਕਹਿੰਦੇ ਕਿ $6,000 ਕਮਾਓਗੇ ਤੁਸੀਂ, ਜਾ ਕੇ ਤੁਹਾਡੀਆਂ ਜੇਬਾਂ ਭਰ ਜਾਣੀਆਂ, ਸੁਪਨੇ ਵੱਡੇ ਦਿਖਾਏ ਜਾਂਦੇ। ਕਿੰਨੇ ਘੰਟੇ? ਕੈਨੇਡਾ ਜਿਹੜਾ ਬੱਚਾ ਜਾ ਰਿਹਾ ਉਹ ਕਿੰਨੇ ਘੰਟੇ ਕੰਮ ਕਰ ਸਕਦਾ? 20 ਘੰਟੇ ਲੀਗਲੀ। ਹਾਂ, ਇਸ ਕੋਈ ਸ਼ੱਕ ਨਹੀਂ ਕਿ ਇਲੀਗਲੀ ਅਸੀਂ ਬਹੁਤ ਘੰਟੇ ਕੰਮ ਕਰਦੇ ਹਾਂ, ਸਾਰਾ ਦਿਨ, ਸਾਰੀ ਰਾਤ ਕੰਮ ਕਰਦੇ ਹਾਂ। ਪਰ ਅਗਰ ਲੀਗਲੀ ਕੰਮ ਕਰਦੇ ਪਏ ਹੋ ਤਾਂ ਉਹ 20 ਘੰਟਿਆਂ ਦੇ ਨਾਲ ਤੁਹਾਡੀਆਂ ਫੀਸਾਂ ਨਹੀਂ ਨਿਕਲਦੀਆਂ। ਇਹ ਸਾਫ਼ ਅਤੇ ਸਪਸ਼ਟ ਹੀ ਗੱਲ ਹੈਗੀ ਹੈ। ਤੁਸੀਂ ਉੱਥੇ ਸਰਕਾਰ ਨੂੰ ਇਹ ਕਹਿ ਕੇ ਚੱਲੇ ਹੋ ਕਿ ਅਸੀਂ ਪੜ੍ਹਾਈ ਕਰਨ ਚੱਲੇ ਹਾਂ। ਸੋ ਪੜ੍ਹਾਈ ਅਤੇ ਕੰਮ ਦੇ ਵਿੱਚ ਅੰਤਰ ਆ। ਬਟ ਇਸ ਕੋਈ ਸ਼ੱਕ ਨਹੀਂ ਆ ਕਿ ਇਹਨਾਂ ਦੇਸ਼ਾਂ ਦੇ ਵਿੱਚ ਜੋਬ ਓਪਰਚੁਨਿਟੀਜ਼ ਅਨਬਲੀਵੇਬਲ ਆ। ਉੱਥੇ ਤੁਹਾਨੂੰ ਓਪਰਚੁਨਿਟੀ ਮਿਲਦੀ ਆ ਜਿਹਦੇ ਕਰਕੇ ਉੱਥੇ ਲੋਕ ਤਰੱਕੀ ਕਰਦੇ ਆ। ਮੈਂ ਇੱਕ ਸਿੰਪਲ ਜਿਹਾ ਉਦਾਹਰਨ ਦਿੰਦਾ ਕਿ ਅਸੀਂ ਹੁਣੇ ਰਸਤੇ 'ਚ ਆ ਰਹੇ ਸੀਗੇ ਅਤੇ ਨਾਲ ਜਿਹੜੇ ਬੰਦੇ ਸੀ ਉਹਨਾਂ ਨਾਲ ਵੀ ਇਹੀ ਗੱਲ ਹੋ ਰਹੀ ਸੀ ਕਿ ਅਸੀਂ ਤਰੱਕੀ ਕਿਹਨੂੰ ਕਹਿੰਦੇ ਹਾਂ। ਅਗਰ ਤਾਂ ਪੈਸੇ ਨੂੰ ਤਰੱਕੀ ਕਿਹਾ ਜਾਂਦਾ ਆ, ਫਿਰ ਬਹੁਤ ਮੁਲਕ ਹੋਰ ਨੇ, ਬਹੁਤ ਕਮਿਊਨਿਟੀਜ਼ ਨੇ ਜਿਨ੍ਹਾਂ ਨੇ ਸਾਡੇ ਨਾਲੋਂ ਬਹੁਤ ਵੱਧ ਪੈਸਾ ਕਮਾਇਆ ਹੋਊਗਾ, ਪਰ ਉਹਨਾਂ ਦੀ ਤਰੱਕੀ ਨਹੀਂ ਹੈਗੀ। ਤਰੱਕੀ ਪੰਜਾਬੀਆਂ ਦੀ ਆ,
ਕਿਉਂ ਪੰਜਾਬੀਆਂ ਦੀ ਹੈ? ਕਿਉਂਕਿ ਉਹਨਾਂ ਨੇ ਸੋਸ਼ਲ ਜਸਟਿਸ ਸੋਸ਼ਲੀ ਕੰਮ ਕੀਤਾ। ਖਾਲਸਾ ਏਡ, ਯੂਨਾਈਟਿਡ ਸਿੱਖਸ, ਇਹਨਾਂ ਆਰਗੇਨਾਈਜੇਸ਼ਨਸ ਨੇ ਜਿੰਨਾ ਕੁ ਕਮਾਇਆ ਇਸ ਕਮਿਊਨਿਟੀ ਨੇ ਉਹਨਾਂ ਦਿੱਤਾ। ਸੋ ਉਹਨੂੰ ਜਿੱਥੇ ਸੋਸ਼ਲ ਜਸਟਿਸ ਹੋਊਗੀ, ਜਿੱਥੇ ਹਿਊਮਨ ਰਾਈਟਸ ਦੀ ਗੱਲ ਹੋਊਗੀ, ਉਹਨੂੰ ਡਿਵੈਲਪਮੈਂਟ ਕਹਿੰਦੇ ਆ। ਅਗਰ ਕਿ ਨਾ ਲਾਈਕ ਐਸੇ ਮੁਲਕ ਹੋਣਗੇ ਜਿੱਥੇ ਰੇਪਿਸਟਸ ਨੂੰ ਬਾਹਰ ਕੱਢਿਆ ਜਾਊਗਾ ਅਤੇ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਜਾਊਗਾ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਹੋਣਗੀਆਂ, ਅਤੇ ਉੱਥੇ ਸੋਸ਼ਲ ਜਸਟਿਸ ਨਹੀਂ ਆ, ਉੱਥੇ ਹਿਊਮਨ ਰਾਈਟਸ ਦੀ ਵੈਲਿਊ ਨਹੀਂ ਆ। ਔਰ ਤਾਈਓ ਉਹਨਾਂ ਦੇਸ਼ਾਂ ਤੋਂ ਲੋਕ ਭੱਜਣਗੇ, ਉਹ ਭੱਜ ਕੇ ਕਿਸੇ ਹੋਰ ਮੁਲਕ 'ਚ ਜਾਣਗੇ ਜਿੱਥੇ ਕਿਊਬੈਕ ਵਰਗੀ ਜਗ੍ਹਾ ਦੇ ਵਿੱਚ ਅਗਰ ਤੁਹਾਡੀ ਦਸਤਾਰ 'ਤੇ ਉਂਗਲ ਉੱਠੀ ਤਾਂ 2 ਘੰਟਿਆਂ ਦੇ ਵਿੱਚ ਉਸ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਬੋਲਣਾ ਪਿਆ ਕਿ ਮੈਨੂੰ ਜਿਹੜਾ ਕਲਪਰੇਟ ਆ ਉਹ ਵਿਦਿਨ ਸੈਕਿੰਡਸ ਜੇਲ੍ਹ ਚਾਹੀਦਾ ਆ। ਸੋ ਦ ਪੁਆਇੰਟ ਇਜ਼ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸ਼ੋਅ ਕਰਦੀਆਂ ਨੇ ਕਿ ਮਾਈਨੋਰਿਟੀਜ਼ ਜਾਂ ਜਿਹੜੇ ਗਰੁੱਪਸ ਉਸ ਮੁਲਕ ਦੇ ਵਾਸੀ ਨੇ ਉਹਨਾਂ ਨੂੰ ਜਸਟਿਸ, ਉਹਨਾਂ ਲਈ ਕੀ ਓਪਰਚੁਨਿਟੀਜ਼ ਨੇ। ਜਿਸ ਦੇਸ਼ ਪ੍ਰੋਬਲਮ ਵਿਦ ਪੰਜਾਬ ਜਾਂ ਸਾਊਥ ਏਸ਼ੀਆ ਇਜ਼ ਕਿ ਇੱਥੇ ਉਹ ਜਿਹੜੀ ਰਿਲੀਫ ਆ ਕਿ ਹਾਂ ਮੇਰਾ ਬੱਚਾ ਪ੍ਰੋਟੈਕਟਡ ਆ, ਮੇਰੇ ਬੱਚੇ ਨੇ ਇੱਥੇ ਉਹਦੀ ਲਾਈਫ ਨੂੰ ਕੋਈ ਖਤਰਾ ਨਹੀਂ ਆ, ਉਹਨੂੰ ਕੋਈ ਚੱਕ ਕੇ ਨਹੀਂ ਲੈ ਕੇ ਜਾ ਰਿਹਾ, ਉਹ ਜਿਹੜੀਆਂ ਚੀਜ਼ਾਂ ਨੇ ਉਹ ਜਦ ਤੱਕ ਨਹੀਂ ਤੁਸੀਂ ਦਿਓਗੇ ਤਾਂ ਅਫਕੋਰਸ ਮਾਈਗ੍ਰੇਸ਼ਨ ਹੋਊਗੀ। ਔਰ ਉਸ ਮਾਈਗ੍ਰੇਸ਼ਨ ਇੰਨਾ ਸੁੱਖ ਉੱਥੇ ਲੋਕੀ ਮੇਜਰਲੀ ਪੈਸੇ ਪਿੱਛੇ ਨਹੀਂ ਜਾ ਰਹੇ ਆ। ਤੁਸੀਂ ਦੇਖੋਗੇ ਕਿ ਪੰਜਾਬ ਜਾਂ ਸਾਊਥ ਏਸ਼ੀਆ ਦਾ ਬਿਲੀਅਨਰ ਬੰਦਾ ਉਹ ਉਹਨਾਂ ਦੇਸ਼ਾਂ 'ਚ ਮੂਵ ਹੋ ਰਿਹਾ। ਕਿਉਂ ਹੋ ਰਿਹਾ? ਜਸਟ ਬਿਕਾਜ਼ ਆਫ ਦ ਸੇਫਟੀ, ਜਿਹੜੀ ਲਾਈਫ ਸੇਫਟੀ ਆ ਉਹਦੇ ਕਰਕੇ। ਸੋ ਇਹ ਇਕੱਲਾ ਹੀ ਪੈਸੇ ਵਾਲਾ ਮਸਲਾ ਨਹੀਂ ਆ, ਇਹਨੂੰ ਇਕੱਲਾ ਪੈਸੇ ਨਾਲ ਨਹੀਂ ਜੋੜਿਆ ਜਾ ਸਕਦਾ। ਤੁਸੀਂ ਅਗਰ ਮੇਰੇ ਬੱਚੇ ਦੀ ਲਾਈਫ ਇੱਥੇ ਬਹੁਤ ਵਧੀਆ ਹੋਵੇ, ਪੜ੍ਹਾਈ ਵਧੀਆ ਹੋਵੇ, ਜਸਟਿਸ ਹੋਵੇ, ਉਹਦੀ ਲਾਈਫ ਨੂੰ ਕੋਈ ਖਤਰਾ ਨਾ ਹੋਵੇ, ਪੈਸਾ ਭਾਵੇਂ ਘੱਟ ਕਮਾ ਰਿਹਾ ਹੋਵਾਂ, 99.9% ਪੀਪਲ ਵੋਂਟ ਮੂਵ। ਪੰਜਾਬ ਦੇ ਲੋਕਾਂ ਦਾ ਜਿੱਦਾਂ ਦਾ ਕੰਮ ਕਰਨ ਦਾ ਤਰੀਕਾ ਹੈ, ਜਿਹੜੇ ਕੰਮਾਂ ਦੀ ਮੁਹਾਰਤ ਹੈ, ਜਿੱਦਾਂ ਦਾ ਰਹਿਣ ਸਹਿਣ ਹੈ, ਸਾਰਾ ਕੁਝ ਜੇ ਕੈਲਕੂਲੇਟ ਕਰਕੇ ਚੱਲੀਏ ਤਾਂ ਕਿਹੜੇ ਦੇਸ਼ ਆ ਜਿਹੜੇ ਪੰਜਾਬੀ ਜਿੱਧਰ ਨੂੰ ਜਾ ਸਕਦੇ ਆ, ਜਿਹਦੇ ਬਾਰੇ ਸੋਚ ਸਕਦੇ? ਕਿਉਂਕਿ ਪੰਜਾਬੀਆਂ ਨੂੰ ਇਹ ਬਹੁਤ ਰਹਿੰਦੀ ਆ ਕਿ ਕਿੱਥੇ ਜਾਈਏ। ਜੇ ਆਸਟ੍ਰੇਲੀਆ ਜਾਈਏ PR ਹੋਵਾਂਗੇ, ਨਿਊਜ਼ੀਲੈਂਡ ਜਾਈਏ ਤਾਂ ਉੱਥੇ ਭਵਿੱਖ ਸੁਰੱਖਿਅਤ ਰਹੂਗਾ, ਜਾਂ ਹੋਰ ਕਿਹੜੀ ਕੰਟਰੀ ਦੇ ਵਿੱਚ ਜਾਈਏ, UK ਜਾਈਏ, ਕੈਨੇਡਾ ਜਾਈਏ, ਅਮਰੀਕਾ ਜਾਈਏ, ਕਿੱਥੇ ਜਾਈਏ, ਕਿਹੜੀਆਂ ਕਾਬਲੀਅਤਾਂ ਹੋਣ ਜਿਹੜੀਆਂ ਲੈ ਕੇ ਜਾ ਸਕਦੇ? ਸੋ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਮੇਰੀ ਗੁਜ਼ਾਰਿਸ਼ ਹੋਊਗੀ ਕਿ ਅਗਲੇ 3-4 ਮਹੀਨੇ ਮੈਂ ਪੰਜਾਬ ਦੀ ਧਰਤੀ 'ਤੇ ਹਾਂ। ਅਲੱਗ-ਅਲੱਗ ਸ਼ਹਿਰਾਂ 'ਚ ਅਸੀਂ ਸੈਮੀਨਾਰਸ ਕਰਦੇ ਪਏ ਹੈਗੇ ਹਾਂ। 4 ਤਰੀਕ ਨੂੰ ਪਰਸੋਂ ਸ਼ਨੀਵਾਰ ਨੂੰ ਹੋਟਲ ਮਹਾਰਾਜਾ ਰੀਜੈਂਸੀ ਦੇ ਵਿੱਚ ਅਸੀਂ ਸੈਮੀਨਾਰ ਲਾ ਰਹੇ ਹਾਂ। ਇਹਨਾਂ 11 ਸ਼ਹਿਰਾਂ ਦੇ ਵਿੱਚ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 11 ਸ਼ਹਿਰਾਂ 'ਚ ਜਦੋਂ ਸੈਮੀਨਾਰ ਲੱਗਣੇ ਆ, ਤਕਰੀਬਨ 150 ਤੋਂ ਵੱਧ ਇੰਸਟੀਟਿਊਸ਼ਨਸ ਵਰਲਡ ਵਾਈਡ, ਇਹਨਾਂ 5 ਮੁਲਕਾਂ ਪਲੱਸ ਯੂਰਪ ਦੀਆਂ ਵੀ ਉੱਥੇ ਹੋਣਗੀਆਂ। ਤੁਸੀਂ ਡਾਇਰੈਕਟਲੀ ਉਹਨਾਂ ਇੰਸਟੀਟਿਊਸ਼ਨਸ ਨਾਲ ਗੱਲ ਕਰੋ। ਸਾਡੀ ਜਿਹੜੀ ਟੀਮ ਹੈਗੀ ਆ ਉਹ ਤੁਹਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਦੀ ਐਡਵਾਈਸ ਦੇ ਸਕਦੀ ਹੈਗੀ ਆ, ਵਿਜ਼ਟਰ ਵੀਜ਼ਾ ਤੋਂ ਲੈ ਕੇ ਜੁਡੀਸ਼ੀਅਲ ਰਿਵਿਊ ਤੱਕ। ਦ ਪੁਆਇੰਟ ਇਜ਼ ਕਿ ਇਹ ਉਦਾਹਰਨ ਮੈਂ ਬਹੁਤ ਜ਼ਿਆਦਾ ਦਿੰਦਾ ਆ ਕਿ ਭੁੱਖ ਮੈਨੂੰ ਲੱਗੀ ਹੋਵੇ, ਰੋਟੀ ਤੁਸੀਂ ਖਾਵੋ ਅਤੇ ਮੇਰਾ ਢਿੱਡ ਨਹੀਂ ਭਰਨਾ ਹੈਗਾ। ਸੁਪਨਾ ਤੁਹਾਡਾ ਹੋਵੇ ਕਿ ਤੁਸੀਂ ਇੰਜੀਨੀਅਰ ਬਣਨਾ ਹੈ, ਡਾਕਟਰ ਬਣਨਾ ਹੈ, ਆਰਟਿਸਟ ਬਣਨਾ ਹੈ, ਕਿ ਲਾਈਕ ਜੋ ਵੀ ਮੈਂ ਕਿਵੇਂ ਤੁਹਾਨੂੰ ਇਹ ਦੱਸ ਸਕਦਾ ਕਿ ਮਿੱਤਰਾ ਤੂੰ ਇਹ ਚੀਜ਼ ਕਰ ਤਾਂ ਤੇਰਾ ਫਿਊਚਰ ਸਿਕਿਉਰ ਹੋਏਗਾ। ਜਾਂ ਤੁਹਾਡੀ ਮੰਜ਼ਿਲ ਅਗਰ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਤੁਸੀਂ ਕਿਹਨੂੰ, ਹਾਂ ਮੈਂ ਉਹਦੇ ਪ੍ਰੋਜ਼ ਐਂਡ ਕੌਨਸ ਦੱਸ ਸਕਦਾ, ਮੈਂ ਉਹਨਾਂ ਦਾ ਰਸਤਾ ਦਿਖਾ ਸਕਦਾ, ਬਟ ਵਿਲ ਲੀਵ ਇਟ ਟੂ ਯੂ ਕਿ ਤੁਸੀਂ ਡਿਸਾਈਡ ਕਰਨਾ ਕਿ ਕਿੱਧਰ ਨੂੰ ਜਾਣਾ ਚਾਹੁੰਦੇ ਹੋ, ਤੁਸੀਂ ਕਿਸ ਮੁਲਕ 'ਚ ਜਾਣਾ ਚਾਹੁੰਦੇ ਆ। ਹਾਂ, ਦ ਓਨਲੀ ਗੁੱਡ ਥਿੰਗ ਇਜ਼ ਕਿ ਇਹਨਾਂ ਸੈਮੀਨਾਰਸ ਦੇ ਵਿੱਚ ਤੁਹਾਨੂੰ ਦੁਨੀਆ ਭਰ ਦੇ ਹਰੇਕ ਦੇਸ਼ ਦੀ ਇਨਫੋਰਮੇਸ਼ਨ ਮਿਲੂਗੀ। ਉਹਨਾਂ ਵਿੱਚੋਂ ਜਿਹੜਾ ਤੁਹਾਨੂੰ ਮੁਲਕ ਚੰਗਾ ਲੱਗਦਾ, ਚੂਜ਼ ਦੈਟ। ਇਸ ਕੋਈ ਸ਼ੱਕ ਨਹੀਂ ਆ ਕਿ ਹਰੇਕ ਬੰਦਾ, ਜ਼ਿਆਦਾਤਰ ਬੰਦਾ ਪੰਜਾਬ ਤੋਂ ਕੈਨੇਡਾ ਜਾਣਾ ਚਾਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਹਰੇਕ ਬੰਦਾ ਕੈਨੇਡਾ ਲਈ ਕੁਆਲੀਫਾਈ ਕਰੇ, ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਆ ਕੈਨੇਡਾ ਸਭ ਤੋਂ ਵਧੀਆ ਹੈ ਪੰਜਾਬੀਆਂ ਲਈ। ਮੇਰਾ ਜਨਮ ਉੱਥੇ ਦਾ, ਇਸ ਲਈ ਮੇਰੇ ਲਈ ਸਭ ਤੋਂ ਵਧੀਆ। ਇਸ 'ਚ ਵੀ ਕੋਈ ਸ਼ੱਕ ਨਹੀਂ ਆ, ਅਗਰ ਨਾ ਵੀ ਮੇਰਾ ਜਨਮ ਹੋਵੇ। ਤੁਸੀਂ ਇੱਕ ਗੱਲ ਦੇਖੋ, ਪਿੱਛੇ ਕੋਵਿਡ ਆਇਆ, ਅਗਰ ਕੈਨੇਡਾ ਦੀ ਸਰਕਾਰ ਨੇ ਮੈਨੂੰ $2000 ਦਿੱਤਾ, ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਨੂੰ ਵੀ $2000 ਦਿੱਤਾ। ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਸਾਡੇ 'ਤੇ ਬਹੁਤ ਵੱਡਾ ਆਸਾਨ ਕਰਤਾ। ਦ ਪੁਆਇੰਟ ਇਜ਼ ਕਿ ਬਾਕੀ ਵੀ ਮੁਲਕ ਐਗਜ਼ਿਸਟ ਕਰਦੇ ਸੀਗੇ, ਉਹਨਾਂ ਨੇ ਸਿਟੀਜ਼ਨ ਅਤੇ ਇੰਟਰਨੈਸ਼ਨਲ ਸਟੂਡੈਂਟ ਦੇ ਵਿੱਚ ਵੱਖਰਾਪਨ ਦਿਖਾਇਆ, ਪਰ ਕੈਨੇਡਾ ਨੇ ਨਹੀਂ ਦਿਖਾਇਆ। ਇੱਜ਼ਤ ਦਿੰਦਾ ਹੈ ਪੰਜਾਬੀਆਂ ਨੂੰ ਵੀ। ਸੋ ਕੈਨੇਡਾ ਦੇ ਨਾਲ ਪੰਜਾਬੀਆਂ ਦਾ ਇਤਿਹਾਸ ਬਹੁਤ ਲੰਬਾ ਹੈ। ਕਾਮਾਕਾਟਾ ਮਾਰੂ ਤੋਂ ਲੈ ਕੇ ਹੁਣ ਤੱਕ, ਜਗਮੀਤ ਸਿੰਘ ਦੇ ਸਫ਼ਰ ਤੱਕ, ਅਸੀਂ ਬਹੁਤ ਲੰਬਾ ਸਫ਼ਰ
ਇਹ ਇੰਨਾ ਸੌਖਾ ਨਹੀਂ ਰਿਹਾ ਹੈਗਾ। ਉਹ ਇਹ ਜਿਹੜੀ ਸਾਡੇ ਤੋਂ ਪਹਿਲਾਂ ਦੀਆਂ ਜਨਰੇਸ਼ਨਸ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ। ਬਹੁਤ ਮਿਹਨਤ ਤੋਂ ਬਾਅਦ 'ਚੋਂ ਅਸੀਂ ਅੱਜ ਇਸ ਰੁਤਬੇ 'ਤੇ ਹਾਂ ਕਿ ਅਸੀਂ ਪੋਲੀਟੀਕਲੀ ਬਿਜ਼ਨਸ ਤੌਰ ਦੇ ਉੱਤੇ ਉੱਥੇ ਸਰਵਾਈਵ ਕਰਦੇ ਪਏ ਹਾਂ। ਸਰਵਾਈਵ ਹੀ ਨਹੀਂ ਕਰ ਰਹੇ ਹਾਂ, ਮੇਨ ਸਟਰੀਮ ਦੇ ਵਿੱਚ ਆ, ਉਹਨਾਂ ਦੇ ਨਾਲ ਬਰਾਬਰ ਖੜੇ ਆ, ਅਗਰ ਕਿੰਨਾ ਅੱਗੇ ਨਹੀਂ ਤਾਂ। ਸੋ ਇਹ ਚੀਜ਼ਾਂ ਵਿਦ ਟਾਈਮ ਹੋਈਆਂ ਨੇ। ਸੋ ਕੈਨੇਡਾ ਤਾਈਓਂ ਲੋਕਾਂ ਦੀ ਪਹਿਲੀ ਪਸੰਦ ਆ ਔਰ ਰਹਿਣੀ ਵੀ ਚਾਹੀਦੀ ਹੈ। ਬਹੁਤ ਸਾਰੇ ਲੋਕ ਜਿਹੜੇ ਸਾਊਂਡ ਹੁੰਦੇ ਆ ਜੀ ਫਾਈਨੈਂਸ਼ਲੀ, ਉਹ ਤਾਂ ਚਲੋ ਕਿਤੇ ਵੀ ਜੁਗਾੜ ਲਾ ਲੈਂਦੇ ਆ, ਕਿਸੇ ਦੇ ਕੋਈ ਬਾਹਰ ਰਹਿੰਦੇ ਆ ਜੀ, ਪਰ ਬਹੁਤ ਸਾਰੇ ਲੋਕ ਇੱਦਾਂ ਦੇ ਗਰੀਬ ਵੀ ਆ ਜਿਹੜੇ ਹੱਥੀਂ ਮਿਹਨਤ ਕਰਦੇ ਆ, ਜਿਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ। ਹੱਕ ਤਾਂ ਉਹਨਾਂ ਨੂੰ ਵੀ ਹੈ, ਸੋਚ ਤਾਂ ਉਹਨਾਂ ਦੀ ਵੀ ਕਿ ਅੱਗੇ ਵਧਣ। ਉਹਨਾਂ ਦੇ ਲਈ ਵੀ ਤੁਹਾਡੇ ਕੋਲ ਕੋਈ ਪ੍ਰੋਗਰਾਮਸ ਹੈਗੇ ਆ, ਉਹ ਵੀ ਇਹਨਾਂ ਸੈਮੀਨਾਰਸ ਦੇ ਵਿੱਚ ਆਉਣ? ਬਿਲਕੁਲ। ਸੋ ਹਰੇਕ ਬੰਦਾ ਇਸ ਸੈਮੀਨਾਰ ਦਾ ਹਿੱਸਾ ਬਣੇ, ਭਾਵੇਂ ਉਹ ਫਾਈਨੈਂਸ਼ਲੀ ਵੀਕ ਆ, ਭਾਵੇਂ ਉਹ ਫਾਈਨੈਂਸ਼ਲੀ ਸਟਰੋਂਗ ਆ। ਸਾਡੀ ਕੋਸ਼ਿਸ਼ ਆ, ਅਸੀਂ ਕਈ ਇੰਸਟੀਟਿਊਸ਼ਨਸ ਨਾਲ ਵੀ ਗੱਲਾਂ ਕੀਤੀਆਂ ਨੇ ਜਿਹੜੇ ਫਾਈਨੈਂਸ਼ਲੀ ਵੀਕ ਹੋਣਗੇ, ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ ਉਹ ਇੰਸਟੀਟਿਊਸ਼ਨ ਨੇ ਲੋਨਸ ਵਗੈਰਾ ਕਰਨੇ ਹੈਗੇ ਆ। ਸੋ ਲੋਨਸ ਦੇ ਰਾਹੀਂ ਜਾਂ ਹੋਰ ਕਈ ਤਰੀਕਿਆਂ ਨਾਲ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ। ਇੰਨਾ ਹੀ ਨਹੀਂ, ਸਾਡੇ ਕਿਸਾਨ ਭਰਾ ਨੇ, ਉਹਨਾਂ ਨੇ ਉਹ ਆਈਲੈਟਸ ਨਹੀਂ ਕਰ ਸਕਦੇ, ਉਹਨਾਂ ਵਾਸਤੇ ਅਲਬਰਟਾ ਦਾ ਇਨਵੈਸਟਰ ਪ੍ਰੋਗਰਾਮ ਆ ਕਿ ਅਗਰ ਤੁਸੀਂ ਖੇਤੀਬਾੜੀ ਵਾਸਤੇ ਅਲਬਰਟਾ 'ਚ ਇਨਵੈਸਟਮੈਂਟ ਕਰਦੇ ਹੋ ਤਾਂ ਤੁਸੀਂ ਪਰਿਵਾਰ ਸਮੇਤ ਕੈਨੇਡਾ ਜਾ ਸਕਦੇ ਹੈਗੇ ਹੋ ਪੱਕੇ ਤੌਰ 'ਤੇ, ਔਨ ਪਰਮਾਨੈਂਟ ਰੈਜ਼ੀਡੈਂਸੀ ਐਂਡ ਨੋ ਆਈਲੈਟਸ ਇਜ਼ ਰਿਕੁਆਇਰਡ। ਉਸ ਦੇ ਵਿੱਚ ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਆ। ਸੋ ਇਹੋ ਜਿਹੇ ਵੀ ਕਾਫੀ ਪ੍ਰੋਗਰਾਮਸ ਹੈਗੇ ਨੇ। ਸੋ ਦ ਪੁਆਇੰਟ ਇਜ਼ ਕਿ ਅੱਜ ਜਿਹੜਾ ਸੈਮੀਨਾਰਸ ਨੇ, ਜਿਵੇਂ ਤੁਸੀਂ 1.5 ਸਾਲ ਪਹਿਲਾਂ ਵੀ ਸਾਡੇ ਸੈਮੀਨਾਰਸ ਦੇਖੇ ਸੀ, ਉਸ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਸੀਗਾ। ਇਸ ਟਾਈਮ ਉਸ ਤੋਂ ਵੀ ਵੱਧ ਅਸੀਂ ਐਕਸਪੈਕਟ ਕਰ ਰਹੇ ਹੈਗੇ ਹਾਂ। ਬਹੁਤ ਹਾਈ ਨੰਬਰ ਰਜਿਸਟ੍ਰੇਸ਼ਨਸ ਆ, ਪਰ ਕਿਉਂ ਲੋਕ ਆਉਂਦੇ ਆ ਸਾਡੇ ਇਵੈਂਟਸ ਦੇ ਵਿੱਚ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੋਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਐਕੂਰੇਟ ਮਿਲੂਗੀ। ਕਲਾਇੰਟ ਉਹ ਸਾਡੇ ਕੋਲ ਕੇਸ ਅਪਲਾਈ ਕਰੇ ਨਾ ਕਰੇ, ਇਨਫੋਰਮੇਸ਼ਨ ਰਿਸੋਰਸ ਜਿਹੜਾ ਆ ਉਹ ਸਾਡੇ ਤੋਂ ਬੈਟਰ ਇੱਥੇ ਕੋਈ ਨਹੀਂ ਦੇ ਸਕਦਾ। ਬਹੁਤ ਸਾਰੇ ਲੋਕ ਜਿਹੜੇ ਓਵਰ ਏਜ ਹੋ ਚੁੱਕੇ ਆ ਜੀ, ਹੁਣ ਸਟੱਡੀ ਦੇ ਉੱਤੇ ਨਹੀਂ ਜਾ ਸਕਦੇ, ਆਲਸ ਕਰ ਨਹੀਂ ਸਕਦੇ ਜੀ, ਐਕਸਪ੍ਰੈਸ ਐਂਟਰੀ ਲਾ ਨਹੀਂ ਸਕਦੇ, ਉਹਨਾਂ ਦੀ ਰਿਕੁਆਇਰਮੈਂਟ ਉਹ ਪੂਰੀਆਂ ਨਹੀਂ ਕਰਦੇ, ਫਿਰ ਉਹ ਡੌਂਕੀ ਲਾਉਣ ਦੇ ਤਰੀਕੇ ਲੱਭਦੇ ਆ। ਲੱਖਾਂ ਰੁਪਇਆ, 40 ਲੱਖ, 50 ਲੱਖ, ਜੇ ਮੂੰਹ ਮੰਗੀ ਕੀਮਤ। ਜਾਣ ਦੀ ਇੱਛਾ ਹੁੰਦੀ ਹੈ ਕਿ ਜਾਣਾ ਜ਼ਰੂਰ ਆ, ਭਾਵੇਂ ਕੁਝ ਵੀ ਹੋ ਜੇ। ਉਹ ਵੀ ਆਉਣ, ਉਮੀਦ ਦੀ ਕਿਰਨ ਉਹਨਾਂ ਨੂੰ ਵੀ ਦਿਖੂਗੀ ਕੋਈ ਤੁਹਾਡੇ ਕੋਲੋਂ ਕਿ ਕੁਛ ਨਾ ਕੁਛ ਬਣ ਸਕਦਾ। ਉਮੀਦ ਦੀ ਕਿਰਨ ਮਿਲੂਗੀ, ਪਰ ਡੌਂਕੀ ਨਹੀਂ ਲੱਗਣੀ ਇੱਥੇ। ਸੋ ਡੌਂਕੀ ਲਈ ਮੇਰੇ ਕੋਲ ਕੋਈ ਪ੍ਰਬੰਧ ਨਹੀਂ, ਨਾ ਮੈਂ ਡੌਂਕੀਆਂ ਕਰਵਾਉਣੀਆਂ ਆ। ਹਾਂ, ਲੀਗਲ ਵੇ ਜਿਹੜੇ ਹੈਗੇ ਆ ਉਸ ਵਿੱਚ ਅਸੀਂ ਹਰੇਕ ਲੀਗਲ ਵੇ ਤੁਹਾਨੂੰ ਦੱਸਾਂਗੇ। ਉਹਨਾਂ ਵਿੱਚ ਜਿਹੜਾ ਲੀਗਲ ਵੇ ਤੁਹਾਨੂੰ ਸਹੀ ਲੱਗਦਾ ਆ ਉਹ ਤੁਸੀਂ ਚੂਜ਼ ਕਰਨਾ ਆ। ਅਗਰ ਕੋਈ ਵੀ ਲੀਗਲ ਵੇ ਸਾਨੂੰ ਤੁਹਾਡੇ ਲਈ ਨਹੀਂ ਲੱਭਦਾ ਹੋਊਗਾ ਤੇ ਨਾ ਸੁਣਨੀ ਫਿਰ ਵੀ ਚੰਗੀ ਹੈਗੀ ਆ ਇੱਕ ਲਾਸ਼ ਬਣਨ ਨਾਲੋਂ। ਆਉਂਦੇ ਆ ਕੋਈ ਲੋਕ ਤੁਹਾਡੇ ਕੋਲ ਜਿਹੜੇ ਕਹਿੰਦੇ ਆ ਜੀ ਵੀ ਮੇਰੇ ਫੰਡ ਵੀ ਇਦਾਂ ਦੇ ਤੁਸੀਂ ਪਵਾ ਦਿਓ ਜਾਂ ਕੁਝ, ਜਿਹੜੀ ਚੀਜ਼ਾਂ ਤੁਸੀਂ ਮਨਾ ਕਰਦੇ ਹੋ, ਕਿਹੜੀ ਚੀਜ਼ਾਂ ਨੂੰ ਮਨਾ ਕਰਦੇ ਹੋ? ਕਿੱਦਾਂ ਦੇ ਸਵਾਲ ਆਉਂਦੇ ਤੁਹਾਡੇ ਕੋਲ? ਸੋ ਮੇਰੇ ਕੋਲ ਅਕਸਰ ਇੱਦਾਂ ਦੇ ਲੋਕ ਆ ਜਾਂਦੇ ਹੈਗੇ ਆ ਕਿ ਭਾਜੀ ਮੁੰਡੇ ਤੋਂ ਆਈਲੈਟਸ ਨਹੀਂ ਹੋਣੀ, ਤੁਹਾਡੇ ਕੋਲ ਕੋਈ ਕੁੜੀ ਹੋਵੇ ਤਾਂ ਦੱਸਿਓ। ਸੋ ਮੈਂ ਹੁਣੇ ਹੀ ਕਲੀਅਰ ਕਰ ਦਾਂ ਕਿ ਮੈਂ ਮੈਟਰੀਮੋਨੀਅਲ ਨਹੀਂ ਰਨ ਕਰ ਰਿਹਾ ਇੱਥੇ। ਵਿਆਹ ਬਹੁਤ ਉੱਚੀ ਚੀਜ਼ ਆ ਔਰ ਇਹ ਕੋਈ ਮਜ਼ਾਕ ਨਹੀਂ ਹੈਗਾ। ਅਸੀਂ ਅਨਫੋਰਚੂਨੇਟਲੀ ਪੰਜਾਬ ਦੇ ਲੋਕ ਹੋ ਕੇ ਅਸੀਂ ਸਾਡਾ ਐਡਾ ਵੱਡਾ ਕਲਚਰ, ਐਡਾ ਵੱਡਾ ਇਤਿਹਾਸ, ਅਤੇ ਅਸੀਂ ਅੱਜ ਸਿਰਫ ਮੈਰਿਜ ਆਫ ਕਨਵੀਨੀਅੰਸ ਇੱਕ ਦੇਸ਼ 'ਚ ਐਂਟਰ ਕਰਨ ਵਾਸਤੇ ਝੂਠੇ ਵਿਆਹ ਕਰਵਾਉਂਦੇ ਪਏ ਹੈਗੇ ਆ। ਦਿਸ ਇਜ਼ ਨਾਟ ਰਾਈਟ। ਹਾਂ, ਅਗਰ ਤੁਸੀਂ ਇਹੋ ਜਿਹੀ ਉਮੀਦ ਨਾਲ ਆ ਰਹੇ ਹੈਗੇ ਹੋ ਤਾਂ ਦਿਸ ਇਜ਼ ਨਾਟ ਦ ਰਾਈਟ ਪਲੇਸ ਫॉर ਯੂ। ਇਹ ਜਗ੍ਹਾ ਤੁਹਾਡੇ ਵਾਸਤੇ ਨਹੀਂ ਹੈਗੀ ਆ। ਇੱਥੇ ਇਹੋ ਜਿਹਾ ਕੋਈ ਕੰਮ ਨਹੀਂ ਹੋਊਗਾ। ਇੱਥੇ ਤੁਹਾਡੇ ਲਈ ਮਿਸਰਿਪਰੈਜ਼ੈਂਟੇਸ਼ਨ, ਅਗਰ ਤੁਸੀਂ ਮੈਨੂੰ ਕਹੋ ਕਿ ਹਾਂ ਮੈਂ ਤੁਹਾਡੇ ਲਈ ਐਜੂਕੇਸ਼ਨਲ ਡਾਕੂਮੈਂਟਸ ਬਣਾ ਕੇ ਦਊਂਗਾ, ਬਿਲਕੁਲ ਨਹੀਂ ਦਊਂਗਾ। ਅਗਰ ਤੁਸੀਂ ਕਹੋਗੇ ਕਿ ਹਾਂ ਮੈਂ ਤੁਹਾਡੇ ਲਈ ਫਾਈਨੈਂਸ਼ੀਅਲ ਡਾਕੂਮੈਂਟਸ ਕ੍ਰੀਏਟ ਕਰਕੇ ਦੇਵਾਂ, ਬਿਲਕੁਲ ਨਹੀਂ ਦਊਂਗਾ। ਤੁਹਾਨੂੰ ਇੱਥੇ ਲਾਅ ਦੇ ਅਧੀਨ ਜੋ ਸਭ ਕੁਝ ਸਹੀ ਆ ਉਹ ਇਨਫੋਰਮੇਸ਼ਨ ਮਿਲੂਗੀ। ਜਿਹੜੇ ਪੁੱਠੇ ਸਿੱਧੇ ਕੰਮ ਨੇ ਉਹ ਨਹੀਂ ਹੋਣਗੇ। ਹੋਰ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੈ, ਮੈਂ ਅਕਸਰ ਇਹ ਗੱਲ ਕਹਿੰਦਾ ਕਿ ਹਜ਼ਾਰਾਂ ਵਾਰੀ ਰਿਫਿਊਜ਼ਲ ਲਵੋ, 5 ਸਾਲ ਦਾ ਬੈਨ। ਇਹ ਤੁਹਾਡੀ ਇਹ ਜਿਹੜੀਆਂ ਸਾਡੇ ਸ਼ਾਰਟਕਟਸ ਨੇ ਨਾ, ਇਹ ਜਿਸ ਦਿਨ ਫੜੇ ਗਏ ਇਹ 5 ਸਾਲ ਦਾ ਬੈਨ ਆ। ਔਰ ਜਿਸ ਦਿਨ ਉਹ 5 ਸਾਲ ਦਾ ਬੈਨ ਲੱਗਿਆ ਉਹ ਲੱਗਦਾ ਹੀ 5 ਸਾਲ ਦਾ ਆ। 5 ਸਾਲ ਬਾਅਦ ਵੀ ਜਦੋਂ ਤੁਹਾਡੀ ਫਾਈਲ ਖੁੱਲ੍ਹਣੀ ਆ ਉਹ ਨਜ਼ਰ ਆਉਣਾ ਆ। ਸੋ ਇਹ ਥੋੜ੍ਹਾ ਜਿਹਾ ਦੂਰੋਂ ਸੋਚੋ। ਜਿਹੜੇ ਬੰਦਿਆਂ ਕੋਲ ਤੁਸੀਂ ਜਾ ਰਹੇ ਹੋ ਉਹਨਾਂ ਦਾ ਕੁਛ ਨਹੀਂ ਜਾਣਾ ਤੁਹਾਡਾ ਜਾਣਾ ਹੈ, ਤੁਹਾਡਾ ਫਿਊਚਰ ਖਰਾਬ ਹੋਣਾ। ਸੋ ਇਹੋ ਜਿਹੇ ਕੰਮ ਕਰਨੇ ਹੀ ਕਿਉਂ ਆ? ਕੈਨੇਡਾ ਨਹੀਂ ਤਾਂ UK ਹੋ ਜਾਊਗਾ, UK ਨਹੀਂ ਨਿਊਜ਼ੀਲੈਂਡ ਹੋ ਜਾਊਗਾ। ਅਨੇਕਾਂ ਆਪਸ਼ਨਸ ਨੇ, ਪਰ ਗਲਤ ਰਸਤਾ ਅਪਣਾਉਣ ਦੀ ਲੋੜ ਨਹੀਂ ਹੈਗੀ। ਬਹੁਤ ਸਾਰੇ ਲੋਕ ਰਿਫਿਊਜ਼ਲ ਲੱਗ ਜਾਂਦੀਆਂ ਜੀ, ਥਾਂ ਦੇ ਉੱਤੇ ਭਟਕਦੇ। ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਪਤਾ ਨਹੀਂ ਲੱਗਦਾ ਜਾਣਾ ਕਿੱਥੇ ਆ। ਜਿਹੜੇ ਰਿਫਿਊਜ਼ਲਾਂ ਲਵਾ ਚੁੱਕੇ ਆ ਜੀ,
ਉਹਨਾਂ ਲਈ ਉਹ ਆਣ, ਉਹਨਾਂ ਦਾ ਵੈਲਕਮ ਕਰਦੇ ਹੋ? 100% ਵੈਲਕਮ ਕਰਦਾ ਹਾਂ। ਅਗਰ ਤੁਹਾਡੀ ਰਿਫਿਊਜ਼ਲ ਲੱਗੀ ਹੈ, ਬੈਨ ਨਾ ਲੱਗਿਆ ਹੋ, ਅਗਰ ਬੈਨ ਵੀ ਲੱਗਿਆ ਹੈ ਤੇ ਤੁਹਾਨੂੰ ਲੱਗਦਾ ਕਿ ਬੈਨ ਗਲਤ ਲੱਗਿਆ ਆ, ਅਸੀਂ ਤੁਹਾਡੇ ਵਾਸਤੇ ਜੁਡੀਸ਼ੀਅਲ ਰਿਵਿਊ ਤੱਕ ਫਾਈਟ ਕਰ ਸਕਦੇ ਹੈਗੇ ਆ। ਔਰ ਅਗਰ ਅਗਰ ਤੁਹਾਡੀ ਰਿਫਿਊਜ਼ਲ ਆਈ ਹੈਗੀ, ਅਸੀਂ ਰੀਸੈਂਟਲੀ ਜਿਹੜੇ ਲੋਕ ਸਾਨੂੰ ਸੋਸ਼ਲ ਮੀਡੀਆ 'ਤੇ ਫੋਲੋ ਕਰਦੇ ਆ, ਮੈਂ ਹੁਣੇ ਇੱਕ ਸਟੋਰੀ ਸ਼ੇਅਰ ਕੀਤੀ ਸੀ ਹਫਤਾ 10 ਦਿਨ ਪਹਿਲਾਂ। ਸਾਡੇ ਕਲਾਇੰਟ ਆ 8 ਪਤਾ ਨਹੀਂ 9 ਰਿਫਿਊਜ਼ਲਾਂ ਤੋਂ ਬਾਅਦ ਸਾਡੇ ਕੋਲੇ ਆਏ, 10 ਸਾਲ ਦਾ ਗੈਪ ਅਸੀਂ ਉਹਨਾਂ ਦਾ ਸਟੱਡੀ ਪਰਮਿਟ ਲਗਵਾ ਕੇ ਦਿੱਤਾ। ਸੋ ਮੇਰੇ ਕੋਲੇ ਇੱਥੇ 2-3 ਚੀਜ਼ਾਂ ਨਹੀਂ ਮਿਲਣਗੀਆਂ। ਇੱਕ ਲਫ਼ਜ਼ ਗਾਰੰਟੀ ਨਹੀਂ ਮਿਲੂਗੀ, ਇੱਕ ਲਫ਼ਜ਼ ਕਿ ਝੂਠੇ ਡਾਕੂਮੈਂਟਸ ਜਾਂ ਕੋਈ ਗਲਤ ਡਾਕੂਮੈਂਟਸ ਨਹੀਂ ਮਿਲੂਗਾ। ਹਾਂ, ਸਹੀ ਇਨਫੋਰਮੇਸ਼ਨ, ਸਹੀ ਫਾਈਲਿੰਗ ਉਹ ਤੁਹਾਨੂੰ ਇੱਥੋਂ ਦੀ 100% ਮਿਲੂਗੀ। ਮੈਂ ਕਾਫੀ ਦੇਰ ਤੋਂ ਦੇਖ ਰਿਹਾ ਕਿ ਤੁਸੀਂ ਕੋਈ ਦਾਅਵਾ ਕਰੋ, ਜਿੱਦਾਂ ਅਕਸਰ ਇਹਨਾਂ ਇੰਟਰਵਿਊਜ਼ ਦੇ ਵਿੱਚ ਹੁੰਦਾ ਹੈ ਕਿ ਪੈਸੇ ਸਾਰੇ ਬਾਅਦ ਵਿੱਚ ਵੀਜ਼ਾ ਲੱਗਣ ਤੋਂ ਬਾਅਦ 5 ਲੱਖ ਦੇ ਵਿੱਚ ਭੇਜ ਦਾਂਗੇ, 2 ਲੱਖ 'ਚ ਭੇਜ ਦਾਂਗੇ। ਇਹੋ ਜਿਹੀ ਗੱਲਾਂ ਕਦੋਂ ਨਹੀਂ ਕਰ ਰਹੇ ਤੁਸੀਂ? ਇੱਦਾਂ ਦਾ ਕੋਈ ਹੁਣ ਤੱਕ ਤੁਹਾਡੇ ਮੂੰਹ ਸ਼ਬਦ ਕਿਉਂ ਨਹੀਂ ਨਿਕਲੇ? ਮੈਂ ਸ਼ੁਰੂਆਤ 'ਚ ਇਹ ਗੱਲ ਕਹੀ ਸੀ ਕਿ ਪੈਸਾ ਬਹੁਤ ਛੋਟੀ ਚੀਜ਼ ਆ, ਹੈ ਨਾ। ਸੋ ਬਹੁਤ ਪ੍ਰੋਗਰਾਮ ਐਸੇ ਨੇ ਜਿਨ੍ਹਾਂ 'ਚ ਅਸੀਂ ਕੋਈ ਪੈਸਾ ਨਹੀਂ ਚਾਰਜ ਕਰਦੇ, ਬਹੁਤ ਪ੍ਰੋਗਰਾਮ ਐਸੇ ਨੇ ਜਿਸ 'ਚ ਅਸੀਂ ਬਹੁਤ ਜ਼ਿਆਦਾ ਪੈਸਾ ਚਾਰਜ ਕਰਦੇ ਹਾਂ। ਅਤੇ ਪੁਆਇੰਟ ਜੇ ਉਦਾਹਰਨ ਦੇ ਤੌਰ ਦੇ ਉੱਤੇ ਅਗਰ ਅਸੀਂ ਕੈਨੇਡਾ ਦਾ ਸਟੱਡੀ ਪਰਮਿਟ ਲਗਾਉਣਾ ਹੈ, ਮੈਂ ਕੋਈ ਪੈਸਾ ਪਹਿਲਾਂ ਨਹੀਂ ਚਾਰਜ ਕਰਦਾ, ਕੋਈ ਪੈਸਾ ਬਾਅਦ 'ਚ ਨਹੀਂ ਚਾਰਜ ਕਰਦਾ। ਪਰ ਕੀ ਮੈਂ ਹੁਣ ਇਸ ਲੋਗੋ ਨੂੰ ਬਾਰ-ਬਾਰ ਸੇਲ ਕਰੂੰਗਾ? ਨਹੀਂ ਕਰੂੰਗਾ। ਜਿਹੜੇ ਬੰਦਿਆਂ ਨੇ ਆਉਣਾ ਆ ਉਹਨਾਂ ਨੂੰ ਆ ਕੇ ਸਭ ਰਿਐਲਿਟੀ ਪਤਾ ਚੱਲ ਜਾਣੀ ਹੈਗੀ ਹੈ। ਲੋਕ ਬਹੁਤ ਸਿਆਣੇ ਨੇ। ਹਾਂ, ਦੁਕਾਨਾਂ ਬਹੁਤ ਨੇ, ਹਰੇਕ ਦੁਕਾਨ 'ਚ ਜਾਓ, ਪਰ ਚੂਜ਼ ਸਹੀ ਦੁਕਾਨ ਕਰੋ। ਇਹ ਤੁਹਾਡੀ ਅੱਖ ਹੋਣੀ ਚਾਹੀਦੀ ਹੈ ਕਿ ਕਿਹੜੀ ਜਗ੍ਹਾ ਸਹੀ ਆ। ਮੇਰੇ ਕੋਲੇ ਵੀ ਆਓ ਅਤੇ ਮੇਰੇ ਉੱਤੇ 5 ਪੈਸੇ ਦਾ ਇਤਬਾਰ ਨਾ ਕਰੋ। ਜਿਹੜੀ ਇਨਫੋਰਮੇਸ਼ਨ ਤੁਹਾਨੂੰ ਸਾਡੇ ਸੈਮੀਨਾਰ 'ਤੇ ਮਿਲ ਰਹੀ ਆ, ਜਾ ਕੇ ਇੱਕ ਵਾਰੀ ਗੂਗਲ ਕਰੋ, ਚੈੱਕ ਕਰੋ ਕਿ ਉਹ ਇਨਫੋਰਮੇਸ਼ਨ ਸਹੀ ਹੈ ਕਿ ਨਹੀਂ ਆ। ਅਗਰ ਤਾਂ ਉਹ ਸਹੀ ਆ ਤਾਂ ਉਹ ਸਰਕਾਰੀ ਵੈੱਬਸਾਈਟ 'ਤੇ ਹੋਣੀ ਚਾਹੀਦੀ ਆ। ਅਗਰ ਉਹ ਸਰਕਾਰੀ ਵੈੱਬਸਾਈਟ 'ਤੇ ਨਹੀਂ ਆ ਤਾਂ ਮੇਰਾ ਕੋਈ ਚਾਚੇ ਤਾਏ ਦਾ ਪੁੱਤ ਵੀ ਅਗਰ ਉੱਥੇ ਕੰਮ ਕਰਦਾ ਹੋਵੇ, ਉਹ ਮੇਰੇ ਲਈ ਕੋਈ ਫੇਵਰ ਨਹੀਂ ਕਰ ਸਕਦਾ। ਤੁਸੀਂ ਦਾਅਵੇ ਵੱਡੇ ਕਰਦੇ ਹੋ ਕਿ ਮੈਂ ਕੰਮ ਸਹੀ ਕਰਦਾ, ਅਸੀਂ ਗਲਤ ਕੰਮ ਕਰਨ ਲਈ ਕਦੇ ਵੀ ਤਿਆਰ ਨਹੀਂ ਹੁੰਦੇ, ਉਹ ਮੇਰੇ ਕੋਲ ਨਾ ਆਉਣ। ਹੁਣ ਚੈਲੰਜ ਕਰਦੇ ਹੋ ਕਿ ਉਹ ਬੰਦੇ ਜਿਹੜਾ ਕੋਈ ਕਹਿ ਸਕੇ ਕਿ ਮੈਂ ਸੰਦੀਪ ਸਿੰਘ ਹੋਰਾਂ ਕੋਲ ਗਿਆ ਸੀ, ਇਹਨਾਂ ਨੇ ਮੈਨੂੰ ਠੱਗ ਲਿਆ। ਕਿਉਂਕਿ ਅਕਸਰ ਸਾਨੂੰ ਬਹੁਤ ਕਾਲਾਂ ਆਉਂਦੀਆਂ ਕਿ ਮੇਰੇ ਨਾਲ ਠੱਗੀ ਹੋ ਗਈ ਜੀ, ਮੇਰੇ ਹੁਣ ਪੈਸੇ ਨਹੀਂ ਮੋੜ ਰਹੇ, ਸਾਡੇ ਨਾਲ ਚੱਲੋ ਜੀ। ਰੋਜ਼ ਅਸੀਂ ਇਹ ਕਾਲਾਂ ਦੇਖਦੇ ਹਾਂ ਕਿ ਆਉਂਦੀਆਂ ਜੀ। ਤੁਸੀਂ ਚੈਲੰਜ ਕਰਦੇ ਹੋ ਕਿ ਹੋਵੇ ਕੋਈ ਮਾਈ ਦਾ ਲਾਲ ਤਾਂ ਉੱਠ ਕੇ ਆ ਕੇ ਕਹਿ ਕੇ ਦਿਖਾਵੇ। ਸੋ ਮੈਂ ਲਾਈਵ ਇਸ ਦੇ ਉੱਤੇ ਚੈਲੰਜ ਕਰ ਰਿਹਾ। ਹੋਰ ਇੰਨਾ ਹੀ ਨਹੀਂ ਆ, ਮੈਂ ਪੋਲੀਟੀਕਲੀ ਬਹੁਤ ਜ਼ਿਆਦਾ ਇਨਵੋਲਵਡ ਹਾਂ। 2 ਵਾਰੀ ਇਲੈਕਸ਼ਨ ਰਨ ਕਰ ਚੁੱਕਾ ਹਾਂ। ਮੇਰੀ ਭਾਬੀ ਇਸ ਟਾਈਮ ਰੀਜਨਲ ਕਾਉਂਸਲਰ ਆ, ਦੁਨੀਆ ਦੀ ਪਹਿਲੀ ਦਸਤਾਰਧਾਰੀ ਬੀਬੀ ਜਿਹੜੀ ਇਲੈਕਸ਼ਨ ਰਨ ਕੀਤੀ ਹੈ। ਸੋ ਸਾਡੇ ਕੋਲੇ ਵਕਤ ਨਹੀਂ ਕਿ ਅਸੀਂ ਇਹ ਪੁੱਠੇ ਸਿੱਧੇ ਕੰਮ ਕਰੀਏ। ਮੈਂ ਡੇਅਰ ਕਰਦਾ, ਚੈਲੰਜ ਕਰਦਾ ਕਿ ਇੱਕ ਵੀ ਬੰਦਾ ਪੰਜਾਬ ਕੀ ਦੁਨੀਆ 'ਚੋਂ ਕਿਤੇ ਉੱਠ ਕੇ ਇਹ ਚੀਜ਼ ਕਹਿ ਦੇਵੇ ਕਿ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਨੇ ਸਾਡੇ ਨਾਲ ਠੱਗੀ ਕੀਤੀ, ਜਾਂ ਸਾਡੇ ਨਾਲ ਐਗਰੀਮੈਂਟ ਤੋਂ ਬਾਹਰ ਹੋ ਕੇ ਕੁਛ ਕੀਤਾ, ਜਾਂ ਕੈਨੇਡੀਅਨ ਲਾਅ ਤੋਂ ਬਾਹਰ ਹੋ ਕੇ ਕੁਛ ਕੀਤਾ, ਤੇ ਮੈਂ ਦੇਣਦਾਰ ਹਾਂ। ਤੇ ਹੁਣ ਜਿਹੜੇ ਸੈਮੀਨਾਰ ਤੁਸੀਂ ਰੱਖ ਰਹੇ ਹੋ ਜੀ, ਤੁਹਾਡੇ ਤੱਕ ਲੋਕੀ ਪਹੁੰਚ ਸਕਣ, ਉਹਦੀ ਇਨਫੋਰਮੇਸ਼ਨ ਕਿੱਥੋਂ ਲੈਣ? ਸੋ ਸਕਰੀਨ ਦੇ ਉੱਤੇ ਤੁਸੀਂ ਐਲ ਬੈਨਰ ਦੇਖ ਰਹੇ ਹੈਗੇ, ਉਸ ਫੋਨ ਨੰਬਰਸ ਨੇ, ਸਾਡੀ ਵੈਬਸਾਈਟ ਆ, ਔਰ ਸਾਰੇ ਹੀ ਸ਼ਹਿਰਾਂ 'ਚ। ਸੋ ਸਭ ਤੋਂ ਪਹਿਲਾਂ 4 ਤਰੀਕ ਨੂੰ ਹਰੇਕ ਸ਼ਨੀਵਾਰ ਨੂੰ ਸੈਮੀਨਾਰ ਆ। 4 ਤਰੀਕ ਨੂੰ ਲੁਧਿਆਣੇ ਆ, ਉਸ ਤੋਂ ਬਾਅਦ 'ਚੋਂ ਜਲੰਧਰ, ਫਿਰ ਅੰਮ੍ਰਿਤਸਰ, ਇਸੇ ਤਰੀਕੇ ਨਾਲ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆ। ਸਾਰੀ ਡਿਟੇਲ ਜਿਹੜੀ ਆ ਉਹ ਸਕਰੀਨ 'ਤੇ ਵੀ ਦੇਖ ਸਕਦੇ ਹੋ, ਸਾਡੀ ਵੈਬਸਾਈਟ 'ਤੇ ਦੇਖ ਸਕਦੇ ਹੋ। ਅਤੇ ਬਰੈਂਪਟਨ ਇਮੀਗ੍ਰੇਸ਼ਨ ਨੂੰ ਤੁਸੀਂ ਇੰਸਟਾਗ੍ਰਾਮ, ਫੇਸਬੁੱਕ ਦੇ ਉੱਤੇ ਵੀ ਫੋਲੋ ਕਰਕੇ ਰੈਗੂਲਰ ਅਪਡੇਟਸ ਲੈ ਸਕਦੇ ਹੋ। ਕਿਹੜੀ ਕੰਟਰੀਜ਼ ਦੇ ਲਈ ਜਿਹੜਾ ਹੈਗਾ ਤੁਸੀਂ ਵੈਲਕਮ ਕਰ ਰਹੇ ਹੋ? ਕਿਹੜੀ ਕੰਟਰੀਜ਼ ਦੇ ਚਾਹਵਾਨ ਲੋਕ ਆਉਣਗੇ? ਸੋ ਅਗਰ ਤੁਸੀਂ ਇਮੀਗ੍ਰੇਸ਼ਨ ਦੀ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ, ਵਿਜ਼ਿਟਰ ਵੀਜ਼ਾ ਤੋਂ ਲੈ ਕੇ PR, PNPs, ਸਪਾਊਜ਼ਲ ਓਪਨ ਵਰਕ ਪਰਮਿਟ, ਸਪਾਊਜ਼ਲ PR, ਜੁਡੀਸ਼ੀਅਲ ਰਿਵਿਊਜ਼, ਇਨਵੈਸਟਰ ਕੈਟਾਗਰੀਜ਼, ਤਾਂ ਉਹ ਸਿਰਫ ਕੈਨੇਡਾ ਦਾ। ਅਤੇ ਅਗਰ ਤੁਸੀਂ ਗਲੋਬਲ ਐਜੂਕੇਸ਼ਨ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਕੈਨੇਡਾ, US, UK, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪੀਅਨ ਕੰਟਰੀਜ਼ ਬਹੁਤ ਸਾਰੀਆਂ। ਸੋ ਕਿਸੇ ਵੀ ਮੁਲਕ 'ਚ ਤੁਸੀਂ ਪੜ੍ਹਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਦਿਸ ਇਜ਼ ਦ ਪਲੇਸ ਵੇਅਰ ਯੂ ਸ਼ੁੱਡ ਕਮ। ਸੋ ਬਿਲਕੁਲ, ਜੇ ਤੁਹਾਡੇ ਵੀ ਸੁਪਨੇ ਉੱਚੇ ਨੇ, ਤੁਸੀਂ ਵੀ ਅੱਗੇ ਵਧਣਾ ਚਾਹੁੰਦੇ ਹੋ, ਇੱਕ ਵਾਰ ਜ਼ਿੰਦਗੀ ਮਿਲਦੀ ਹੈ, ਹਰ ਕੋਈ ਚਾਹੁੰਦਾ ਹੈ ਕਿ ਉਹ ਵਧੀਆ ਤਰੀਕੇ ਨਾਲ ਜ਼ਿੰਦਗੀ ਨੂੰ ਗੁਜ਼ਾਰੇ ਅਤੇ ਆਪਣੇ ਪਰਿਵਾਰ ਨੂੰ ਵੀ ਇੱਕ ਵਧੀਆ ਭਵਿੱਖ ਦੇ ਕੇ ਜਾਵੇ। ਸੋ ਜੇ ਤੁਹਾਡੀ ਵੀ ਇੱਛਾ ਹੈ, ਤੁਸੀਂ ਵੀ ਉਲਝੇ ਹੋਏ ਹੋ, ਤੁਸੀਂ ਵੀ ਸੋਚ ਰਹੇ ਹੋ ਕੀ ਕੀਤਾ ਜਾਵੇ, ਕਿਵੇਂ ਕੀਤਾ ਜਾਵੇ, ਬਹੁਤ ਸਾਰੇ ਲੋਕਾਂ ਦੇ ਵਿੱਚੋਂ ਇੱਕ ਨੂੰ ਚੁਣਨਾ ਤੁਹਾਨੂੰ ਮੁਸ਼ਕਲ ਲੱਗ ਰਿਹਾ ਹੈ, ਤਾਂ ਬਰੈਂਪਟਨ ਇਮੀਗ੍ਰੇਸ਼ਨ ਵੱਲੋਂ ਸੈਮੀਨਾਰ ਜੋ ਰੱਖੇ ਗਏ ਨੇ, ਉਹਨਾਂ ਦੀ ਜਾਣਕਾਰੀ ਤੁਸੀਂ ਐਲਬੈਂਡ ਦੇ ਉੱਤੇ ਜੋ ਨੰਬਰ ਦਿੱਤੇ ਗਏ ਨੇ ਉਹਨਾਂ ਤੋਂ ਲੈ ਸਕਦੇ ਹੋ। ਸਾਰੀ ਜਾਣਕਾਰੀ ਲੈ ਕੇ ਤੁਸੀਂ ਪਹੁੰਚ ਸਕਦੇ ਹੋ ਉਹਨਾਂ ਸੈਮੀਨਾਰਸ ਦੇ ਵਿੱਚ, ਜਿੱਥੇ ਬਹੁਤ ਸਾਰੀਆਂ ਕੰਟਰੀਜ਼ ਤੋਂ ਬਹੁਤ ਸਾਰੇ ਕਾਲਜਿਸ ਜਾਂ ਰਿਪਰੈਜ਼ੈਂਟੇਟਿਵ ਆਉਣਗੇ। ਉਹਨਾਂ ਤੋਂ ਤੁਸੀਂ ਆਪਣੀ ਜਾਣਕਾਰੀ ਲੈ ਕੇ ਆਪਣੇ ਭਵਿੱਖ ਨੂੰ ਵੀ ਬਿਹਤਰ ਬਣਾ ਸਕਦੇ ਹੋ।